ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਬਹੁਤੇ ਦੁੱਖ ਉਹ ਝੱਲਦੇ ਕੌਮ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ। ਕੌਣ ਪੁੱਛਦਾ ਕਾਮਾਂ ਤੇ ਗਿੱਦੜਾਂ ਨੂੰ ਬੰਦ ਪਿੰਜਰੇ ਦੇ ਵਿੱਚ ਇਹ ਸ਼ੇਰ ਹੁੰਦੇ। ਮੈਂ ਬੇਨਤੀ ਕਰਾਂ ਕਿ ਪਿੰਜਰੇ ਦੇ ਵਿੱਚ ਬੰਦ ਕੌਣ ਹੁੰਦੇ ਨੇ? ਸ਼ੇਰ ਹੁੰਦੇ ਨੇ। ਭਾਵ ਇਹਨਾਂ ਸਤਰਾਂ ਦਾ ਇਹ ਹੈਗਾ ਕਿ ਅੱਡ ਜੇਲ੍ਹਾਂ ਦੇ ਵਿੱਚ ਜਿਹੜੇ ਸੂਰਬੀਰ ਬਹਾਦਰ ਯੋਧੇ ਹੁੰਦੇ ਨੇ ਉਹ ਬੰਦ ਹੁੰਦੇ ਨੇ। ਉਹਨਾਂ ਨੂੰ ਉੱਥੇ ਬੰਦ ਕੀਤਾ ਜਾਂਦਾ ਹੈਗਾ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੇ ਵੱਲੋਂ, ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ ਵੱਲੋਂ, ਕਿਉਂਕਿ ਉਹਨਾਂ ਨੂੰ ਉਹ ਚੰਗੇ ਨਹੀਂ ਲੱਗਦੇ ਹੈਗੇ। ਉਹਨਾਂ ਨੂੰ ਪਤਾ ਹੈ ਕਿ ਜੇ ਇਹ ਸ਼ੇਰ ਬਾਹਰ ਖੁੱਲ੍ਹੇਆਮ ਘੁੰਮਦੇ ਰਹੇ ਤਾਂ ਇਹ ਸਾਨੂੰ ਪਾੜ ਸੁੱਟਣਗੇ, ਕਿਉਂਕਿ ਅਸੀਂ ਲੋਕਾਂ ਦੇ ਉੱਪਰ ਜ਼ੁਲਮ ਕਰਨੇ ਨੇ। ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਸੂਰਬੀਰ ਬਹਾਦਰ ਯੋਧਿਆਂ ਨੂੰ, ਇਹਨਾਂ ਸ਼ੇਰਾਂ ਨੂੰ ਬੰਦ ਕਰਕੇ ਕੈਦ ਕਰਕੇ ਰੱਖਿਆ ਜਾਵੇ, ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਜਾਵੇ। ਔਰ ਉਸ ਤੋਂ ਵੀ ਮਹਾਨ ਸੂਰਬੀਰ ਬਹਾਦਰ ਉਹ ਯੋਧੇ ਹੁੰਦੇ ਨੇ ਜਿਹੜੇ ਦ੍ਰਿੜ ਇਰਾਦਾ ਕਰ ਲੈਂਦੇ ਨੇ ਕਿ ਅਸੀਂ ਜੇਲ੍ਹ ਦੀਆਂ ਚਾਰ ਦੀਵਾਰੀਆਂ ਤੋਂ ਇੱਕ ਸਟੈਪ ਹੋਰ, ਜੇ ਸਾਨੂੰ ਫਾਂਸੀ ਦੇ ਤਖਤੇ ਦੇ ਉੱਪਰ ਵੀ ਲਟਕਾਇਆ ਜਾਂਦਾ ਤਾਂ ਅਸੀਂ ਉਹ ਸਜ਼ਾ ਵੀ ਭੁਗਤਣ ਦੇ ਵਾਸਤੇ ਤਿਆਰ ਹਾਂ। ਅੱਜ ਆਪਾਂ ਗੱਲਬਾਤ ਕਰਾਂਗੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਜਿਨ੍ਹਾਂ ਨੂੰ 9 ਅਕਤੂਬਰ ਸੰਨ 1992 ਵਾਲੇ ਦਿਨ ਫਾਂਸੀ ਦੇ ਉੱਪਰ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਜਿਹੜੀ ਉਹਨਾਂ ਦੀ ਇੱਕ ਵਿਲੱਖਣ ਸ਼ਖਸੀਅਤ ਹੈਗੀ ਆ, ਕੁਝ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਔਰ ਜਦੋਂ ਉਹਨਾਂ ਨੂੰ ਫਾਂਸੀ ਦੇ ਰੱਸੇ ਉੱਪਰ ਚਾੜ ਕੇ ਸ਼ਹੀਦ ਕੀਤਾ ਜਾਂਦਾ ਤੇ ਜਿਹੜੇ ਉਹਨਾਂ ਦੇ ਆਖਰੀ ਲਫ਼ਜ਼ ਸੀਗੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੀ ਖਾਸ ਕਰਕੇ ਸਾਡੀ ਜਿਹੜੀ ਨਵੀਂ ਪੀੜ੍ਹੀ ਹੈਗੀ ਆ ਜਾਂ ਆਮ ਲੋਕ ਜਿਹੜੇ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਵੀ ਸੰਘਰਸ਼ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ, ਕਈ ਵਾਰ ਉਹਨਾਂ ਦੇ ਮਨਾਂ ਵਿੱਚ ਖਿਆਲ ਆਉਂਦੇ ਨੇ ਕਿ ਜਿਹੜਾ ਬੰਦਾ ਜੇਲ੍ਹ ਜਾਂਦਾ ਹੈਗਾ ਵੀ ਉਹ ਬੰਦਾ ਬਹੁਤ ਮਾੜਾ ਹੀ ਹੁੰਦਾ ਹੈਗਾ। ਸ਼ਾਇਦ ਮਾੜੇ ਲੋਕ ਹੀ ਜੇਲ੍ਹ ਜਾਂਦੇ ਨੇ, ਸ਼ਾਇਦ ਮਾੜੇ ਹੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪੁਲਿਸ ਉਹਨਾਂ ਦੇ ਘਰੋਂ ਅਰੈਸਟ ਕਰਕੇ ਲੈ ਕੇ ਜਾਂਦੀ ਹੈ। ਮੈਂ ਬੇਨਤੀ ਕਰਾਂ, ਜਦੋਂ ਉਹ ਸੰਘਰਸ਼ ਦਾ ਹਿੱਸਾ ਬਣਦੇ ਨੇ ਜਾਂ ਸੰਘਰਸ਼ ਨੂੰ ਸਟੱਡੀ ਕਰਦੇ ਨੇ ਜਾਂ ਉਹਨਾਂ ਸ਼ਖਸੀਅਤਾਂ ਦੇ ਵੱਲ ਨੂੰ ਝਾਤ ਕੇ ਉਹਨਾਂ ਵੱਲ ਝਾਤੀ ਮਾਰਦੇ ਆ ਵੀ ਉਹ ਕੌਣ ਹੈਗੇ ਨੇ, ਉਹਨਾਂ ਦੇ ਟੀਚੇ ਕੀ ਹੈਗੇ ਆ, ਉਹਨਾਂ ਦੇ ਨਿਸ਼ਾਨੇ ਕੀ ਹੈਗੇ ਆ, ਤਾਂ ਫਿਰ ਉਹਨਾਂ ਨੂੰ ਸਮਝ ਆਉਣ ਲੱਗਦੀ ਹੈ। ਜਦੋਂ ਉਹਨਾਂ ਨੂੰ ਸਮੇਂ ਦੀਆਂ ਹਕੂਮਤਾਂ ਦੇ ਬਾਰੇ ਪਤਾ ਲੱਗਦਾ ਕਿ ਹਕੂਮਤਾਂ ਦੀਆਂ ਨੀਤੀਆਂ ਕੀ ਨੇ, ਫਿਰ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਸੂਰਬੀਰ ਬਹਾਦਰ ਯੋਧੇ ਹੁੰਦੇ ਨੇ। ਔਰ ਫਿਰ ਉਹਨਾਂ ਦੇ ਮਨਾਂ ਵਿੱਚ ਉਹਨਾਂ ਯੋਧਿਆਂ ਦੇ ਪ੍ਰਤੀ ਸਤਿਕਾਰ ਪੈਦਾ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਲ੍ਹਾਂ ਦੇ ਵਿੱਚ ਕੌਣ ਜਾਂਦਾ ਹੈ? ਜੇਲ੍ਹਾਂ ਵਿੱਚ ਇੱਕ ਤਾਂ ਉਹ ਲੋਕ ਜਾਂਦੇ ਨੇ ਜਿਹੜੇ ਮਾੜੇ ਕਰਮ ਕਰਦੇ ਨੇ। ਉਹਨਾਂ ਵਿੱਚੋਂ ਵੀ ਮੈਂ ਬੇਨਤੀ ਕਰਾਂ ਕਿ ਜਿਸ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਮੁਲਕ ਦੇ ਵਿੱਚ ਤਾਂ ਜਿਹੜੇ ਘਿਨਾਉਣੇ ਕੰਮ ਕਰਦੇ ਨੇ, ਮਾੜੇ ਕੰਮ ਕਰਦੇ ਨੇ, ਮਾੜੇ ਕੰਮਾਂ ਤੋਂ ਭਾਵ ਕਿ ਜਿਹੜੇ ਵੱਖ-ਵੱਖ ਘੱਟ ਗਿਣਤੀ ਕੌਮਾਂ ਦੇ ਨਾਲ ਧੱਕੇਸ਼ਾਹੀਆਂ ਕਰਦੇ ਨੇ, ਉਹਨਾਂ ਵਿੱਚੋਂ ਕਿਸੇ ਨੂੰ ਵੀ ਜੇਲ੍ਹ ਜਾਣ ਦੀ ਨੌਬਤ ਨਹੀਂ ਆਉਂਦੀ ਹੈਗੀ, ਕਿਉਂਕਿ ਹਕੂਮਤਾਂ ਉਹਨਾਂ ਦੀ ਪੁਸ਼ਤ ਪਨਾਹੀ ਕਰਦੀਆਂ ਨੇ। ਜਦੋਂ ਹਕੂਮਤਾਂ ਹੀ ਜ਼ਾਬਰ ਹੋ ਜਾਣ ਤਾਂ ਫਿਰ ਉਹਨਾਂ ਜ਼ਾਬਰ ਹਕੂਮਤਾਂ ਦੇ ਨਾਲ ਲੋਹਾ ਲੈਣ ਵਾਸਤੇ, ਟੱਕਰ ਲੈਣ ਵਾਸਤੇ ਸੂਰਬੀਰ ਬਹਾਦਰ ਯੋਧੇ ਵਿੱਚ ਮੈਦਾਨ ਦੇ ਉਤਰਦੇ ਨੇ। ਸੋ ਇੱਦਾਂ ਹੀ ਮੈਦਾਨੇ ਜੰਗ ਦੇ ਵਿੱਚ ਉਤਰੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ, ਜਿੰਨਾ ਸਮਾਂ ਉਹਨਾਂ ਨੇ ਸੰਘਰਸ਼ ਦਾ ਜਿੰਨਾ ਸਮਾਂ ਉਹ ਸੰਘਰਸ਼ ਦਾ ਹਿੱਸਾ ਬਣ ਕੇ ਰਹੇ। ਜਦੋਂ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਪੜ੍ਹਦੇ ਹਾਂ, ਮੈਂ ਬੇਨਤੀ ਕਰਾਂ ਕਿ ਇੱਕ ਆਪਾਂ 18ਵੀਂ ਸਦੀ ਦੇ ਸਿੱਖ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਵਿੱਚ ਇੱਕ ਗੱਲ ਇਹ ਹੈ ਵੀ ਸਿੱਖਾਂ ਨੇ ਇਤਿਹਾਸ ਸਿਰਜਿਆ ਤਾਂ ਜ਼ਰੂਰ ਹੈ ਪਰ ਲਿਖਿਆ ਸਿੱਖਾਂ ਨੇ ਆਪ ਨਹੀਂ। ਸਾਡੀ ਸਿੱਖ ਕੌਮ ਦੀ ਇੱਕ ਤਰਾਸਦੀ ਵੀ ਰਹੀ ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਤਾਂ ਜ਼ਰੂਰ ਹੈ ਪਰ ਇਤਿਹਾਸ ਨੂੰ ਸਾਂਭਿਆ ਨਹੀਂ ਹੈਗਾ। ਸੋ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਇਹਨਾਂ ਵੀਰਾਂ ਦੇ ਮਾਮਲੇ ਵਿੱਚ ਜਿਹੜੀ ਖਾਸ ਗੱਲ ਹੈ ਉਹ ਇਹ ਹੈ, ਉਹਨਾਂ ਨੇ ਆਪਣੇ ਹੱਥੀਂ ਲਿਖਤਾਂ ਲਿਖੀਆਂ ਨੇ। ਜਿਹੜੀਆਂ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਨੇ, ਉਹਨਾਂ ਜੇਲ੍ਹ ਚਿੱਠੀਆਂ ਦੇ ਵਿੱਚ ਉਹਨਾਂ ਨੇ ਆਪਣੇ ਕੀਤੇ ਹੋਏ ਸਾਰੇ ਕਾਰਨਾਮੇ ਜਿਹੜੇ ਆ ਉਹ ਬਿਲਕੁਲ ਉਹਨਾਂ ਨੇ ਲਿਖੇ ਹੋਏ ਨੇ, ਦਰਜ ਕੀਤੇ ਹੋਏ ਨੇ। ਅੱਜ ਵੀ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ। ਦੁਨੀਆ ਭਰ ਵਿੱਚ ਰਹਿਣ ਵਾਲੇ ਲੋਕ ਉਹਨਾਂ ਲਿਖਤਾਂ ਨੂੰ ਪੜ੍ਹ ਸਕਦੇ ਨੇ, ਉਤੋਂ ਉਹਨਾਂ ਨੂੰ ਉਹਨਾਂ ਦੇ ਇਰਾਦਿਆਂ ਦਾ ਵੀ ਪਤਾ ਲੱਗੂਗਾ। ਮੈਂ ਇੱਕ ਖਾਸ ਗੱਲ ਕਰਕੇ ਤੁਹਾਡੇ ਨਾਲ ਸਾਰੀ ਗੱਲਬਾਤ ਦੀ ਸ਼ੁਰੂਆਤ ਕਰਦਾ। ਉਹ ਖਾਸ ਗੱਲ ਇਹ ਹੈ, ਤੁਸੀਂ ਦੇਖੋ ਤੁਹਾਨੂੰ ਕਿੰਨੀ ਹੈਰਾਨੀ ਹੋਊਗੀ, ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਊਗੀ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਮਾਣ ਮਹਿਸੂਸ ਹੋਊਗਾ। ਉਹ ਮਾਣ ਵਾਲੀ ਗੱਲ ਤੇ ਕਈਆਂ ਵਾਸਤੇ ਹੈਰਾਨੀ ਵਾਲੀ ਜਿਹੜੀ ਗੱਲ ਹੈ ਉਹ ਕੀ ਹੈ, ਜਦੋਂ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਜਾਂਦੀ ਹੈ ਸੈਸ਼ਨ ਕੋਰਟ ਦੇ ਵੱਲੋਂ, ਤਾਂ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਨੂੰ ਪਤਾ ਹੈਗਾ ਵਾਹ ਵਾਸਤਾ, ਜਿਨ੍ਹਾਂ ਦਾ ਕੋਰਟ ਕਚਹਿਰੀਆਂ ਨਾਲ ਪਿਆ ਹੈਗਾ ਜਾਂ ਪੈਂਦਾ ਹੈਗਾ, ਉਹਨਾਂ ਨੂੰ ਪਤਾ ਹੈਗਾ। ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਮੈਂ ਦੱਸ ਦਿੰਦਾ, ਜਦੋਂ ਤੁਹਾਨੂੰ ਥੱਲੜੀ ਕੋਰਟ ਸਜ਼ਾ ਸੁਣਾਉਂਦੀ ਹੈ, ਸਜ਼ਾਏ ਮੌਤ ਸੁਣਾਉਂਦੀ ਹੈ ਚਾਹੇ, ਜਾਂ ਕੋਈ ਵੀ ਸਜ਼ਾ ਸੁਣਾਈ ਜਾਂਦੀ ਹੈ, ਤੁਸੀਂ ਉੱਪਰਲੀ ਕੋਰਟ ਦੇ ਵਿੱਚ ਉਸ ਸਜ਼ਾ ਦੇ ਖਿਲਾਫ ਅਪੀਲ ਕਰ ਸਕਦੇ ਹੁੰਦੇ ਹੋ। ਔਰ ਮੈਂ ਤੁਹਾਨੂੰ ਦੱਸਾਂ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਜਦੋਂ ਸਜ਼ਾਏ ਮੌਤ ਸੁਣਾਈ ਜਾਂਦੀ ਹੈ ਸਜ਼ਾ, ਉਸ ਤੋਂ ਬਾਅਦ ਉਹਨਾਂ ਨੂੰ ਪਤਾ ਹੈ ਕਿ ਉੱਪਰਲੀ ਕੋਰਟ ਵਿੱਚ, ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਆ, ਪਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਨਹੀਂ ਕੀਤੀ।
ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਈ ਹੈ, ਸੁਪਰੀਮ ਕੋਰਟ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ, ਦੇਸ਼ ਦੇ ਰਾਸ਼ਟਰਪਤੀ ਦੇ ਕੋਲ ਵੀ ਅਪੀਲ ਕੀਤੀ ਜਾ ਸਕਦੀ ਹੁੰਦੀ ਹੈ। ਸੋ ਉਹ ਵੀ ਕਰ ਸਕਦੇ ਸੀਗੇ। ਕਿੰਨੇ ਹੀ ਵਰੇ ਇੰਜ ਲੰਮਕ ਸਕਦਾ ਸੀ ਉਹਨਾਂ ਦਾ ਸਜ਼ਾਏ ਮੌਤ ਵਾਲਾ ਜਿਹੜਾ ਫੈਸਲਾ ਸੀਗਾ, ਪਰ ਉਹਨਾਂ ਨੇ ਇੰਜ ਨਹੀਂ ਕੀਤਾ। ਤੁਹਾਨੂੰ ਹੈਰਾਨੀ ਹੋਊਗੀ, ਕਈਆਂ ਨੂੰ ਮਾਣ ਹੋਏਗਾ, ਜਿਵੇਂ ਮੈਂ ਪਹਿਲਾਂ ਆਖਿਆ 2 ਰਸਤੇ ਸੀਗੇ। ਇੱਕ ਰਸਤਾ ਸੀਗਾ ਭਈ ਤੁਸੀਂ ਸਜ਼ਾਏ ਮੌਤ ਨੂੰ ਕਬੂਲ ਕਰ ਲਓ। ਦੂਜਾ ਰਸਤਾ ਸੀਗਾ ਕਿ ਤੁਹਾਡੀ ਜ਼ਿੰਦਗੀ ਤੁਸੀਂ ਜੀ ਸਕਦੇ ਹੋ, ਆਪਸ਼ਨ ਹੈਗੀ ਸੀਗੀ ਕਿ ਤੁਸੀਂ ਜ਼ਿੰਦਗੀ ਜੀ ਸਕਦੇ ਹੋ, ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਸਜ਼ਾ ਦੇ ਖਿਲਾਫ ਅਪੀਲ ਕਰ ਦਿਓ। ਪਰ ਉਹਨਾਂ ਨੇ ਸਜ਼ਾ ਦੇ ਖਿਲਾਫ ਅਪੀਲ ਨਹੀਂ ਕੀਤੀ। ਵਜ੍ਹਾ ਕੀ ਸੀ ਭਲਾ? ਸੋਚਣ ਵਾਲੀ ਗੱਲ ਹੈ। ਅਸੀਂ ਸੋਚ ਸਕਦੇ ਹਾਂ ਕਿ ਵਜ੍ਹਾ ਕੀ ਹੈ। ਮੇਰੇ ਕੋਲ ਜ਼ਿੰਦਗੀ ਜੀਣ ਦੀ ਆਪਸ਼ਨ ਪਈ ਹੋਈ ਹੈ, ਮੈਂ ਫਿਰ ਵੀ ਜ਼ਿੰਦਗੀ ਜੀਣ ਵਾਲਾ ਰਾਹ ਨਹੀਂ ਚੁਣਦਾ। ਹੱਦ ਹੋ ਗਈ। ਕਮਾਲ ਦੀ ਗੱਲ ਹੈ। ਕਿੰਨਾ ਜਿਗਰਾ ਹੈਗਾ, ਧੰਨ ਜਿਗਰਾ। ਕਮਾਲ ਦੀ ਗੱਲ ਹੈ ਨਾ। ਉਹਨਾਂ ਦੇ ਇਰਾਦੇ ਕਿਹੋ ਜਿਹੇ ਹੋਣਗੇ, ਉਹਨਾਂ ਦੇ ਟੀਚੇ ਕਿਹੋ ਜਿਹੇ ਹੋਣਗੇ। ਉਹਨਾਂ ਨੇ ਜਿਹੜੀ ਜੱਜ ਨੂੰ ਇਕਬਾਲੀਆ ਬਿਆਨ, ਜਿਹੜਾ ਉਹਨਾਂ ਨੂੰ ਜਿਸ ਕੇਸ ਦੇ ਵਿੱਚ ਸਜ਼ਾਏ ਮੌਤ ਸੁਣਾਈ ਗਈ ਸੀਗੀ, ਜਨਰਲ ਵੈਦਿਆ, ਮੈਂ ਤੁਹਾਨੂੰ ਦੱਸ ਦਿਆਂ ਕਿ ਜਨਰਲ ਵੈਦਿਆ ਕੌਣ ਸੀਗਾ। ਟੁੱਕ ਮਾਤਰ ਦੱਸੂਗਾ ਕਿਉਂਕਿ ਗੱਲ ਮੈਂ ਚਾਹੁੰਦਾ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਗੱਲਾਂ ਕਰ ਸਕੀਏ। ਸੋ ਜਨਰਲ ਸ਼੍ਰੀਧਰ ਵੈਦਿਆ ਜਿਹੜਾ ਸੀਗਾ, ਜਨਰਲ ਵੈਦਿਆ ਦਰਬਾਰ ਸਾਹਿਬ ਦੇ ਉੱਪਰ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਤੋਪਾਂ ਦੇ ਨਾਲ ਜਦੋਂ ਹਮਲਾ ਕੀਤਾ ਜਾਂਦਾ ਹੈ, ਤਾਂ ਉਸ ਹਮਲੇ ਦੀ ਅਗਵਾਈ ਕਰਨ ਵਾਲਾ ਜਿਹੜਾ ਜਰਨੈਲ ਸੀਗਾ ਉਹ ਸੀਗਾ ਜਨਰਲ ਵੈਦਿਆ। 1984 ਦੀ ਮੈਂ ਗੱਲ ਕਰ ਰਿਹਾ, ਜਦੋਂ ਇੰਦਰਾ ਗਾਂਧੀ ਇਸ ਮੁਲਕ ਦੀ ਪ੍ਰਧਾਨ ਮੰਤਰੀ ਸੀਗੀ, ਆਪਾਂ ਸਾਰੇ ਜਾਣਦੇ ਹਾਂ। ਸੋ ਉਸ ਫੌਜ ਦੀ ਅਗਵਾਈ ਕਰਨ ਵਾਲਾ ਜਨਰਲ ਵੈਦਿਆ, ਇਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਨਰਲ ਵੈਦਿਆ ਨੂੰ ਪੂਨੇ ਜਾ ਕੇ ਗੱਡੀ ਚਾੜਿਆ ਸੀਗਾ। ਕਿਉਂਕਿ ਰਿਟਾਇਰ ਹੋਣ ਤੋਂ ਬਾਅਦ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਰਕਾਰਾਂ ਜਿਹਨਾਂ ਨੂੰ ਇਸਤੇਮਾਲ ਕਰਦੀਆਂ ਨੇ, ਜਿਹੜੇ ਜਨਰਲ ਹੁੰਦੇ ਨੇ ਉਹਨਾਂ ਦੇ, ਸੋ ਉਹਨਾਂ ਦੀ ਡਿਊਟੀ ਵੀ ਬਣਦੀ ਹੈਗੀ ਆ ਉਹਨਾਂ ਨੂੰ ਸਾਂਭਣਾ, ਉਹਨਾਂ ਦੀ ਪੁਸ਼ਤ ਪਨਾਹੀ ਕਰਨੀ ਉਹਨਾਂ ਨੂੰ, ਕਿਉਂਕਿ ਉਸ ਤੋਂ ਅਗਲੇ ਵੀ ਉਹਨਾਂ ਨੇ ਤਿਆਰ ਕਰਨੇ ਹੁੰਦੇ ਆ। ਜੇ ਉਹ ਉਹਨਾਂ ਦੀ ਪੁਸ਼ਤ ਪਨਾਹੀ ਨਹੀਂ ਕਰਦੀ ਸਰਕਾਰ, ਉਹਨਾਂ ਨੂੰ ਨਹੀਂ ਸਾਂਭਦੀ, ਤਾਂ ਫਿਰ ਉੱਦਾਂ ਦੇ ਬੰਦੇ ਹੋਰ ਕਿੱਦਾਂ ਤਿਆਰ ਕਰਨਗੇ। ਪਰ ਧੰਨ ਜਿਗਰਾ ਸੀਗਾ ਉਹਨਾਂ ਦਾ, ਜਿਨ੍ਹਾਂ ਦੇ ਸੀਨੇ ਨੂੰ ਇਸ ਗੱਲ ਦੀ ਸੱਟ ਵੱਜੀ ਕਿ ਸਾਡੇ ਜਾਨੋਂ ਵੱਧ ਪਿਆਰੇ ਤਖਤ ਅਕਾਲ ਦੇ ਉੱਪਰ ਹਮਲਾ ਕੀਤਾ ਸੀਗਾ ਔਰ ਇਹਨੇ ਅਗਵਾਈ ਕੀਤੀ ਸੀਗੀ। ਉਹਨਾਂ ਨੇ ਪੂਨੇ ਜਾ ਕੇ ਗੱਡੀ ਚਾੜਿਆ। ਪੂਨੇ ਜਾ ਕੇ ਗੱਡੀ ਚਾੜਨ ਦੀ ਇੱਕ ਵੱਖਰੀ ਕਹਾਣੀ ਹੈਗੀ ਆ। ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਪਹਿਲਾਂ ਉਹ ਸਾਰੀ ਸੁਣਾ ਚੁੱਕੇ ਹੈਗੇ ਆ। ਤੁਸੀਂ ਸਾਡੇ YouTube ਚੈਨਲ ਦੇ ਉੱਪਰ ਜਾ ਕੇ ਸਰਚ ਕਰ ਸਕਦੇ ਹੋ, ਜਨਰਲ ਮੇਰਾ ਖਿਆਲ ਵੈਦਿਆ ਦੇ ਕਤਲ ਦੀ ਕਹਾਣੀ, ਭਾਈ ਸੁੱਖੇ ਦੀ ਜਵਾਨੀ ਜਾਂ ਭਾਈ ਜਿੰਦੇ ਦੀ ਜਵਾਨੀ। ਤੁਸੀਂ ਐਂ ਕਰਕੇ ਸਰਚ ਕਰਿਓ, ਤੁਹਾਨੂੰ ਉੱਥੇ ਉਹ ਵੀਡੀਓ ਸਾਰੀ ਮਿਲ ਜਾਊਗੀ ਕਿ ਕਿਸ ਤਰੀਕੇ ਦੇ ਨਾਲ ਉਹ ਕਤਲ ਉਹਨਾਂ ਨੇ ਕੀਤਾ ਸੀਗਾ। ਜਨਰਲ ਵੈਦਿਆ ਦਾ ਉਹਨੂੰ ਗੱਡੀ ਚਾੜਿਆ ਸੀਗਾ, ਉਹਨਾਂ ਦੀ ਆਪਣੀ ਲਿਖਤ ਦੇ ਵਿੱਚ ਹੈਗਾ। ਤੁਸੀਂ ਜ਼ਰੂਰ ਸਰਚ ਕਰਕੇ, ਤੇ ਉਹ ਵੀ ਇੱਕ ਵੱਖਰੀ ਕਹਾਣੀ ਹੈਗੀ ਆ, ਜ਼ਰੂਰ ਤੁਸੀਂ ਉਹ ਸੁਣਿਓ। ਸਾਡੇ ਇਸੇ ਚੈਨਲ ਦੇ ਉੱਪਰ, ਆਪਣਾ ਸਾਂਝਾ ਪੰਜਾਬ ਦੇ ਉੱਪਰ ਤੁਸੀਂ ਉੱਥੇ ਸਰਚ ਕਰਿਓ, ਪੰਜਾਬੀ ਵਿੱਚ ਲਿਖ ਲਿਓ ਤੁਸੀਂ ਜਨਰਲ ਵੈਦਿਆ ਦੇ ਕਤਲ ਦੀ ਕਹਾਣੀ। ਉਹ ਸਾਰੀ ਸਟੋਰੀ ਜਿਹੜੀ ਆ ਤੁਹਾਡੇ ਸਾਹਮਣੇ ਆ ਜਾਊਗੀ। ਖੈਰ, ਆਪਾਂ ਟੁੱਕ ਮਾਤਰ ਗੱਲ ਕਰਦੇ ਹਾਂ। ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਐਕਸ਼ਨ ਕੀਤੇ ਸੀਗੇ। ਸੋ ਉਹ ਜਿਹੜੇ ਐਕਸ਼ਨ ਕੀਤੇ ਸੀਗੇ, ਉਹਨਾਂ ਨੇ ਜਿਨ੍ਹਾਂ ਨੂੰ ਵੀ ਸੋਧਿਆ ਸੀਗਾ, ਉਹ ਜਿਹੜਾ ਸੋਧਿਆ ਲਫ਼ਜ਼ ਹੈਗਾ, ਇਹਦਾ ਇੱਕ ਮਤਲਬ ਹੈਗਾ ਮਾਰਿਆ ਲਫ਼ਜ਼ ਤੇ ਸੋਧਿਆ ਲਫ਼ਜ਼। ਸਿੰਘ ਸੋਧਿਆ ਲਫ਼ਜ਼ ਵਰਤਦੇ ਸੀਗੇ ਵੀ ਇਹ ਬੰਦਾ ਜਿਹੜਾ ਹੈਗਾ ਇਹ ਵਿਗੜ ਚੁੱਕਾ ਹੈਗਾ, ਇਹ ਆਫੀਸਰ ਵਿਗੜ ਚੁੱਕਾ ਹੈਗਾ, ਇਹ ਲੀਡਰ ਵਿਗੜ ਚੁੱਕਾ ਹੈਗਾ। ਸੋ ਜਿਹੜਾ ਵਿਗੜ ਚੁੱਕਾ ਹੁੰਦਾ ਉਹਨੂੰ ਸੁਧਾਰਿਆ ਜਾਂਦਾ ਹੈਗਾ। ਸੁਧਾਰਨ ਦੇ ਵਾਸਤੇ ਉਹ ਸੋਧਾ ਲਾਉਣਾ ਕਹਿੰਦੇ ਹੁੰਦੇ ਸੀਗੇ ਸਿੰਘ, ਵੀ ਸੋਧਾ ਲਾਤਾ। ਸੋ ਉਹਨਾਂ ਨੇ ਉਹਨੂੰ ਸੋਧਿਆ, ਭਾਵ ਕਿ ਉਹ ਵਿਗੜ ਚੁੱਕਾ ਸੀਗਾ, ਉਹਨੂੰ ਸੋਧਿਆ, ਅਹਿਸਾਸ ਕਰਵਾਇਆ। ਔਰ ਜਿਹੜੇ ਹੋਰ ਵੀ ਸੀਗੇ ਉਹਨਾਂ ਨੂੰ ਵੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਸਿੰਘ ਜਿਹੜੇ ਉਹਨਾਂ ਦੇ ਉੱਪਰ ਚੜ੍ਹ ਕੇ ਆਉਂਦੇ ਨੇ, ਉਹਨਾਂ ਦੀ ਭਾਜੀ 21 ਦੀ 31 ਮੋੜਦੇ ਨੇ ਜਾਂ 51 ਮੋੜਦੇ ਨੇ। ਇਦੋਂ ਬਿਨਾਂ ਸਿੱਖ ਉਹਨਾਂ ਚਿਰ ਚੈਨ ਦੇ ਨਾਲ ਬਹਿੰਦੇ ਨਹੀਂ ਹੈਗੇ। ਭਾਈ ਸੁੱਖੇ ਤੇ ਭਾਈ ਜਿੰਦੇ ਨੇ ਇਹ ਸਾਬਤ ਕੀਤਾ। ਮੈਂ ਇੱਕ ਹੋਰ ਬੇਨਤੀ ਕਰਾਂ, ਬਹੁਤ ਸਾਰੇ ਸੱਜਣਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ, ਤਾਂ ਮੈਂ ਪਿੱਛੇ ਇੱਕ ਸੱਜਣ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਭਈ, ਕਹਿੰਦੇ ਵੀ ਉਹਨਾਂ ਨੇ ਬੈਂਕ ਰੋਬਰੀ, ਉਹਨਾਂ ਨੇ ਬੈਂਕ ਡਕੈਤੀ ਕੀਤੀ ਸੀਗੀ, ਭਈ ਉਹ ਤੇ ਡਾਕੇ ਮਾਰਦੇ ਸੀਗੇ। ਮੈਂ ਥੋੜ੍ਹਾ ਜਿਹਾ ਮੁਸਕਰਾਇਆ। ਮੈਂ ਉਹਨਾਂ ਨੂੰ ਦੱਸਿਆ ਵੀ, ਮੈਂ ਕਿਹਾ ਵੀ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਹੋ, ਇੱਥੋਂ ਦੇ ਜਿਹੜੇ ਸੂਰਬੀਰ ਬਹਾਦਰ ਯੋਧੇ ਜਿਨ੍ਹਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਵਾਇਆ ਸੀਗਾ, ਤੁਸੀਂ ਮੰਨਦੇ ਹੋ ਉਹਨਾਂ ਨੂੰ ਸੂਰਬੀਰ ਬਹਾਦਰ ਯੋਧੇ? ਕਹਿੰਦੇ ਜੀ ਬਿਲਕੁਲ ਮੰਨਦੇ ਹਾਂ, ਅਸੀਂ ਉਹਨਾਂ ਨੂੰ ਦੇਸ਼ ਭਗਤ ਮੰਨਦੇ ਹਾਂ। ਕਿਹਨਾਂ ਨੂੰ ਦੇਸ਼ ਭਗਤ ਮੰਨਦੇ ਹੋ? ਉਹਨਾਂ ਨੇ ਸਾਰੇ ਨਾਂ ਲੈ ਤੇ, ਭਗਤ ਸਿੰਘ ਹੋਰਾਂ ਤੋਂ ਲੈ ਕੇ ਸੁਖਦੇਵ, ਰਾਜਗੁਰੂ, ਮਹਾਤਮਾ ਗਾਂਧੀ ਵੀ ਵਿੱਚੇ ਗਿਣ ਦਿੱਤਾ ਉਹਨਾਂ ਨੇ। ਸੋ ਊਧਮ ਸਿੰਘ, ਉਸ ਤੋਂ ਮਤਲਬ ਸਾਰੇ ਹੀ ਉਹਨਾਂ ਨੇ ਗਿਣ ਦਿੱਤੇ। ਤੇ ਫਿਰ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਕਿਹਾ ਤੁਹਾਨੂੰ ਪਤਾ ਕਿ ਉਹਨਾਂ ਦਾ ਜਿਹੜਾ ਖਰਚਾ ਸੀ ਜਦੋਂ ਉਹ ਸੰਘਰਸ਼ ਕਰ ਰਹੇ ਸੀਗੇ, ਤੇ ਉਹ ਕਿੱਦਾਂ ਪੂਰਾ ਹੁੰਦਾ ਸੀਗਾ? ਫਿਰ ਥੋੜ੍ਹਾ ਜਿਹਾ ਚੁੱਪ ਕਰ ਗਏ, ਕਹਿੰਦੇ ਨਹੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ। ਮੈਂ ਕਿਹਾ ਤੁਹਾਨੂੰ ਪਤਾ ਹੈ ਕਿ ਚੰਦਰ ਸ਼ੇਖਰ ਆਜ਼ਾਦ, ਉਹਨਾਂ ਨੇ ਵੈਸੇ ਸਾਰੇ ਨਾਂ ਗਿਣਤੇ ਸੀਗੇ, ਮੈਂ ਉਧਰਲੇ ਬੰਨੇ ਨੂੰ ਜ਼ਿਆਦਾ ਨਾ ਜਾਵਾਂ, ਮੈਂ ਆਪਣੀ ਗੱਲ ਦੇ ਉੱਪਰ ਹੀ ਰਹਾਂ। ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਉਹਨਾਂ ਨੂੰ ਆਪਣੇ ਦੇਸ਼ ਭਗਤ ਮੰਨਦੇ ਹੋ, ਉਹਨਾਂ ਨੂੰ ਸੂਰਬੀਰ ਮੰਨਦੇ ਹੋ, ਉਹਨਾਂ ਨੂੰ ਬਹਾਦਰ ਮੰਨਦੇ ਹੋ,
ਉਹਨਾਂ ਨੇ ਉਸ ਵੇਲੇ ਡਾਕੇ ਮਾਰੇ ਸੀਗੇ, ਉਹਨਾਂ ਨੇ ਉਸ ਵੇਲੇ ਖਜ਼ਾਨਾ ਵੀ ਲੁੱਟਿਆ ਸੀਗਾ, ਉਸ ਵੇਲੇ ਉਹਨਾਂ ਨੇ ਹਥਿਆਰ ਵੀ ਲੁੱਟੇ ਸੀਗੇ। ਹਥਿਆਰ ਕਿਉਂ ਲੁੱਟੇ ਸੀਗੇ? ਕਿਉਂਕਿ ਉਹਨਾਂ ਨੂੰ ਆਪਣਾ ਸੰਘਰਸ਼ ਜਾਰੀ ਰੱਖਣ ਦੇ ਵਾਸਤੇ ਲੋੜ ਸੀਗੀ, ਜ਼ਰੂਰਤ ਸੀਗੀ। ਉਹਨਾਂ ਨੇ ਆਮ ਲੋਕਾਂ ਦੇ ਕੋਲੋਂ ਕੁਝ ਨਹੀਂ ਲੁੱਟਿਆ, ਉਹਨਾਂ ਨੇ ਸਰਕਾਰੀ ਖਜ਼ਾਨਾ ਲੁੱਟਿਆ, ਉਹਨਾਂ ਨੇ ਸਰਕਾਰੀ ਹਥਿਆਰ ਉਹ ਲੁੱਟੇ। ਸੋ ਬੈਂਕ ਡਕੈਤੀ ਜਿਹੜੀ ਆ ਉਹਨਾਂ ਨੇ ਇਸ ਕਰਕੇ ਕੀਤੀ ਸੀ ਕਿਉਂਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੁੰਦੇ ਸੀਗੇ, ਔਰ ਆਪਣਾ ਸੰਘਰਸ਼ ਜਾਰੀ ਰੱਖਣ ਦੇ ਵਾਸਤੇ ਉਹਨਾਂ ਨੂੰ ਪੈਸਿਆਂ ਦੀ ਲੋੜ ਸੀਗੀ, ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਬੈਂਕ ਡਕੈਤੀਆਂ ਕੀਤੀਆਂ। ਔਰ ਮੈਂ ਦੱਸਾਂ ਕਿ ਬੈਂਕ ਡਕੈਤੀਆਂ ਵਿੱਚੋਂ ਦੁਨੀਆ ਭਰ ਵਿੱਚ ਜਿਹੜੀਆਂ ਸਭ ਤੋਂ ਵੱਧ ਜਿਹੜੀਆਂ ਬੈਂਕ ਡਕੈਤੀਆਂ ਹੋਈਆਂ ਨੇ ਵੱਡੀਆਂ, ਉਹਨਾਂ ਦੇ ਵਿੱਚੋਂ ਇੱਕ ਸੀਗੀ ਲੁਧਿਆਣੇ ਵਾਲੀ ਬੈਂਕ ਡਕੈਤੀ, 5 ਕਰੋੜ 70 ਲੱਖ ਰੁਪਏ ਵਾਲੀ ਬੈਂਕ ਡਕੈਤੀ। ਸ਼ਾਇਦ ਤੁਹਾਨੂੰ ਪਤਾ ਹੋਊਗਾ, ਜਾਂ ਕਈਆਂ ਨੂੰ ਸ਼ਾਇਦ ਜਿਹੜੇ ਸਾਡੀ ਨਵੀਂ ਪੀੜ੍ਹੀ ਦੇ ਬੱਚੇ ਹੈਗੇ ਉਹਨਾਂ 'ਚੋਂ ਕਈਆਂ ਨੂੰ ਸ਼ਾਇਦ ਨਾ ਪਤਾ ਹੋਵੇ ਵੀ 5 ਕਰੋੜ 70 ਲੱਖ। ਹੁਣ ਅੱਜ ਜੇ 5 ਕਰੋੜ 70 ਲੱਖ ਰੁਪਈਆ ਗਿਣਨਾ ਹੋਵੇ, ਅੱਜ ਤੇ ਆਨਲਾਈਨ ਪੇਮੈਂਟ ਹੋ ਜਾਂਦੀ ਹੈ, ਇੱਧਰੋਂ ਉੱਧਰ ਟ੍ਰਾਂਸਫਰ ਕਰ ਦਿਓ। ਅੱਜ ਕਹੀਏ ਸਾਡੇ ਬੱਚਿਆਂ ਨੂੰ ਪੈਸੇ ਨੋਟ ਗਿਣਨੇ ਹੀ ਨਹੀਂ ਆਉਂਦੇ ਹੈਗੇ। ਮੈਂ ਬੇਨਤੀ ਕਰਾਂ ਕਿ ਅੱਜ 2-2 ਹਜ਼ਾਰ ਦੇ ਨੋਟ ਹੈਗੇ ਨੇ, ਉਦੋਂ ਨਹੀਂ ਸੀ ਹੁੰਦੇ। 100-100 ਦੇ ਨੋਟ, 50 ਦੇ ਨੋਟ, ਸੋ ਉਸ ਤੋਂ ਘੱਟ ਜਿਹੜੀ ਕਰੰਸੀ ਸੀਗੀ ਉਹ ਸੀਗੀ ਉਹਨਾਂ ਸਮਿਆਂ ਦੇ ਵਿੱਚ। ਤੇ ਤੁਸੀਂ ਹਿਸਾਬ ਲਾ ਕੇ ਵੇਖੋ ਕਿ 5 ਕਰੋੜ ਤੇ 70 ਲੱਖ ਰੁਪਈਆ ਕਿੰਨਾ ਜ਼ਿਆਦਾ ਹੋ ਗਿਆ ਹੋਊਗਾ। ਉਹਨਾਂ ਨੂੰ ਕਿੰਨੀਆਂ ਬੋਰੀਆਂ ਦੇ ਵਿੱਚ ਉਹ ਸਾਰਾ ਰੁਪਈਆ ਇਕੱਠਾ ਕਰਕੇ ਪਾਉਣਾ ਪਿਆ ਹੋਊਗਾ। ਔਰ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਬੈਂਕ ਡਕੈਤੀ ਕੀਤੀ ਹੋਵੇ ਔਰ ਕਿਸੇ ਨੂੰ ਕੰਨੋਂ ਕੰਨ ਇਸ ਗੱਲ ਦੀ ਖਬਰ ਨਾ ਮਿਲੀ ਹੋਵੇ, ਔਰ ਕਿੰਨੀ ਵਧੀਆ ਪਲੈਨਿੰਗ ਦੇ ਨਾਲ ਉਹਨਾਂ ਨੇ ਉਹ ਸਾਰਾ ਕੰਮ ਨੇਪਰੇ ਚਾੜਿਆ। ਔਰ ਮੈਂ ਤੁਹਾਨੂੰ ਹੋਰ ਦੱਸਾਂ ਇੱਕ ਖਾਸ ਗੱਲ ਜਿਹੜੀ ਸੀਗੀ, ਬੈਂਕ ਡਕੈਤੀ ਜਦੋਂ ਹੁੰਦੀ ਹੈ ਤੇ ਉਸ ਬੈਂਕ ਡਕੈਤੀ ਦੇ ਦੌਰਾਨ ਜਿਹੜੇ ਉੱਥੇ ਬੈਂਕ ਦਾ ਸਟਾਫ ਸੀਗਾ ਉਹਨਾਂ ਨੇ ਪੂਰਨ ਸਹਿਯੋਗ ਕੀਤਾ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਜਿਹੜੇ ਬੰਦੇ ਬੈਂਕ ਡਕੈਤੀ ਕਰਨ ਵਾਸਤੇ ਆਏ ਹੋਏ ਨੇ, ਭਾਈ ਜਿੰਦਾ, ਭਾਈ ਸੁੱਖਾ ਤੇ ਉਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਸੀਗੇ ਉਸ ਵੇਲੇ, ਜਿਨ੍ਹਾਂ ਨੂੰ ਡਿਊਟੀਆਂ ਵੰਡੀਆਂ ਹੋਈਆਂ ਸੀ ਵੀ ਕਿਸੇ ਨੇ ਗੇਟ ਤੇ ਰਹਿਣਾ ਹੈਗਾ, ਕਿਸੇ ਨੇ ਬਾਹਰ ਰਹਿਣਾ ਹੈਗਾ। ਸੋ ਇੱਦਾਂ ਸਾਰਾ ਕੁਝ ਜੋ ਵੀ ਉਹਨਾਂ ਨੇ ਪਲਾਨ ਕੀਤਾ ਹੋਇਆ ਸੀਗਾ। ਸੋ ਉਹ ਜਿਹੜੀ ਵੀਡੀਓ ਹੈਗੀ ਆ 5 ਕਰੋੜ 70 ਲੱਖ ਦੀ ਬੈਂਕ ਡਕੈਤੀ, ਉਹ ਵੀ ਵੀਡੀਓ ਸਾਡੇ ਚੈਨਲ ਦੇ ਉੱਪਰ ਪਈ ਹੋਈ ਆ, ਤੁਸੀਂ ਉਹ ਵੀ ਸਰਚ ਕਰਕੇ ਜ਼ਰੂਰ ਸੁਣਿਓ। ਉਹਦੇ ਵਿੱਚ ਤੁਹਾਨੂੰ ਸਾਰੀ ਜਿਹੜੀ ਕਹਾਣੀ ਹੈਗੀ ਆ ਉਹਨਾਂ ਨੇ ਆਪਣੀ ਜ਼ੁਬਾਨੀ ਲਿਖੀ ਹੋਈ ਆ, ਉਹ ਤੁਹਾਨੂੰ ਸਾਰੀ ਉੱਥੇ ਸੁਣਨ ਨੂੰ ਮਿਲੂਗੀ, ਉਹ ਵੀ ਤੁਸੀਂ ਜ਼ਰੂਰ ਸੁਣਿਓ। ਸੋ ਇਸ ਕਰਕੇ ਮੈਂ ਉਧਰਲੇ ਪਾਸੇ ਨੂੰ ਨਾ ਜ਼ਿਆਦਾ ਜਾਵਾਂ, ਤੁਸੀਂ ਉਹ ਵੀ ਜ਼ਰੂਰ ਪੜ੍ਹਿਓ। ਸੋ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਸ਼ਹੀਦੀ ਦੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਇਹ ਵੱਡੇ ਵੱਡੇ ਐਕਸ਼ਨ ਕੀਤੇ, ਇਹ ਸਾਰਾ ਕੁਝ ਉਹ ਕਰਨ ਕਿੱਦਾਂ ਲੱਗ ਪਏ, ਉਹਨਾਂ ਦੇ ਅੰਦਰ ਇਹ ਚਿਣਗ ਕਿੱਦਾਂ ਪੈਦਾ ਹੋਈ। ਉਹਨਾਂ ਨੇ ਫਾਂਸੀ ਦੇ ਰੱਸੇ ਦੇ ਉੱਪਰ ਚੜ੍ਹਨਾ ਮਨਜ਼ੂਰ ਕਰ ਲਿਆ, ਪਰ ਜ਼ਿੰਦਗੀ ਨੂੰ ਜਿਉਣ ਵਾਲਾ ਰਸਤਾ ਕਿਉਂ ਨਾ ਚੁਣਿਆ? ਕਮਾਲ ਦੀ ਗੱਲ ਹੈ ਨਾ, ਜ਼ਿੰਦਗੀ ਜੀਣ ਦਾ ਰਸਤਾ ਕਿਉਂ ਨਹੀਂ ਚੁਣਿਆ? ਆਪਸ਼ਨ ਸਾਹਮਣੇ ਹੋਣ ਦੇ ਬਾਵਜੂਦ ਵੀ ਸਜ਼ਾਏ ਮੌਤ ਹੈ ਇੱਧਰ, ਜਾਂ ਇੱਧਰ ਨੂੰ ਆ ਜਾਓ ਜਾਂ ਫਿਰ ਇੱਧਰ ਨੂੰ ਆ ਜਾਓ, ਉਹ ਇੱਧਰ ਨੂੰ ਆਉਣਾ ਮਨਜ਼ੂਰ ਕਰਦੇ ਆ ਵੀ ਸਾਨੂੰ ਮੌਤ ਚਾਹੀਦੀ ਹੈ, ਅਸੀਂ ਮਰਨ ਵਾਸਤੇ ਤਿਆਰ ਹੈਗੇ ਹਾਂ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਪਰਕ ਦੇ ਵਿੱਚ ਜਦੋਂ ਉਹ ਆਉਂਦੇ ਨੇ ਭਾਈ ਜਿੰਦੇ ਹੋਰੀ, ਤਾਂ ਉਸ ਵੇਲੇ ਕਾਲਜ ਦੇ ਵਿੱਚ ਜਦੋਂ ਪੜ੍ਹਦੇ ਸੀਗੇ ਤਾਂ ਕਾਲਜਾਂ ਦੇ ਵਿੱਚ ਜਿੱਦਾਂ ਮੁੰਡਿਆਂ ਦੀਆਂ ਛੋਟੀਆਂ ਮੋਟੀਆਂ ਮਾੜੀਆਂ ਮੋਟੀਆਂ ਇੱਕ ਦੂਜੇ ਨਾਲ ਲੜਾਈ ਝਗੜੇ ਹੋਣੇ, ਸੋ ਇੱਦਾਂ ਦਾ ਕੁਛ ਨਾ ਕੁਛ ਹੁੰਦਾ ਸੀਗਾ। ਤੇ ਸੰਤ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਸੰਤ ਭਿੰਡਰਾਂ ਵਾਲਿਆਂ ਨੇ ਉੱਥੇ ਆਪਣੇ ਕੋਲ ਬੁਲਾਇਆ ਔਰ ਆਪਣਾ ਜਿਹੜਾ ਤੀਰ ਸੀਗਾ ਉਹਨਾਂ ਦੇ ਮੋਰਾਂ ਦੇ ਵਿੱਚ ਮਾਰਿਆ, ਬੱਖੀ ਦੇ ਵਿੱਚ ਮਾਰਿਆ, ਔਰ ਆਖਿਆ ਵੀ ਕਹਿੰਦੇ ਵੀ ਬੰਦੇ ਬਣੋ ਵੀ ਵਧੀਆ ਕੰਮ ਕਰੋ, ਕਹਿੰਦੇ ਚੰਗੇ ਕੰਮ ਕਰੋ, ਦਲੇਰ ਹੈਗੇ ਤੁਸੀਂ ਕੋਈ। ਚਲੋ ਖੈਰ ਗੱਲ ਲੰਮੀ ਚੌੜੀ ਹੈ। ਸੋ ਉਹਨਾਂ ਨੂੰ ਇੱਕ ਸੱਟ ਵੱਜੀ, ਉਹਨਾਂ ਨੂੰ ਇਹ ਲੱਗਾ ਕਿ ਸਾਨੂੰ ਜਿਹੜੀ ਸਾਡੇ ਅੰਦਰ ਦ੍ਰਿੜਤਾ ਹੈਗੀ ਆ, ਜਿਹੜੀ ਸਾਡੇ ਅੰਦਰ ਜ਼ੁਰਤ ਹੈਗੀ ਆ, ਜਿਹੜੀ ਸਾਡੇ ਅੰਦਰ ਦਲੇਰੀ ਦਾ ਗੁਣ ਹੈਗਾ ਆ, ਉਹਨੂੰ ਇੱਕ ਰਾਹ ਮਿਲ ਗਿਆ, ਇੱਕ ਮੰਜ਼ਿਲ ਮਿਲ ਗਈ ਉਹਨਾਂ ਨੂੰ ਕਿ ਆਪਾਂ ਹੁਣ ਉਹ ਮੰਜ਼ਿਲ ਸਾਹਮਣੇ ਸਾਨੂੰ ਸਾਫ਼ ਦੀਦੀ ਹੈ ਔਰ ਅਸੀਂ ਉਸ ਮੰਜ਼ਿਲ ਦੀ ਪ੍ਰਾਪਤੀ ਦੇ ਵਾਸਤੇ ਉਸ ਰਾਹੇ ਦੇ ਉੱਪਰ ਜਾਣਾ ਹੈਗਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਤੀਰ ਦੇ ਨੋਕ ਦੀ ਜਿਹੜੀ ਛੋਹ ਸੀਗੀ ਉਹ ਉਹਨਾਂ ਨੂੰ ਫਾਂਸੀ ਦੇ ਉਸ ਤਖਤੇ ਦੇ ਵੱਲ ਨੂੰ ਲੈ ਗਈ, ਜਿੱਥੇ ਜਾ ਕੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਸੀਗਾ, ਜਿੱਥੇ ਖੜੇ ਹੋ ਕੇ। ਔਰ ਜਿਹੜੇ ਆਖਰੀ ਲਫ਼ਜ਼ ਹੈਗੇ ਨੇ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਜ਼ਿੰਦਗੀ ਦੇ, ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਆਖਰੀ ਜਿਹੜੇ ਅਲਫਾਜ਼ ਸੀਗੇ ਉਹ ਸੀਗੇ ਕਿ ਭਾਈ ਸੁੱਖਿਆ ਫਾਂਸੀ ਦੇ ਤਖਤੇ ਦੇ ਉੱਪਰ ਜਦੋਂ ਖੜੇ ਨੇ, ਜਦੋਂ ਫਾਂਸੀ ਦੇ ਤਖਤੇ ਦੇ ਉੱਪਰ ਖੜੇ ਨੇ, ਹੁਣ ਕੁਝ ਸਕਿੰਟਾਂ ਦੀ ਖੇਡ ਬਾਕੀ ਰਹਿ ਗਈ ਹੈ, ਉਹਨਾਂ ਨੇ ਫਾਂਸੀ ਦੇ ਤਖਤੇ ਦੇ ਉੱਪਰ ਉਹਨਾਂ ਨੂੰ ਲਟਕਾ ਦਿੱਤਾ ਜਾਣਾ। ਤੇ ਉਸ ਵੇਲੇ ਜਿਹੜੇ ਆਖਰੀ ਲਫ਼ਜ਼ ਸੀਗੇ ਭਾਈ ਜਿੰਦੇ ਦੇ, ਉਹਨਾਂ ਨੇ ਆਖਿਆ ਭਾਈ ਸੁੱਖਿਆ ਫਤਿਹ ਗਜਾ, ਭਾਈ ਸੁੱਖਿਆ ਫਤਿਹ ਗਜਾ। ਕਮਾਲ ਦੀ ਗੱਲ ਆ, ਮਤਲਬ ਫਾਂਸੀ ਦਾ ਅਰਸਾ ਸਾਹਮਣੇ ਹੈਗਾ ਔਰ ਭਾਈ ਸੁੱਖਿਆ ਫਤਿਹ ਗਜਾ, ਫਤਿਹ ਯਾਦ ਹੈ। ਮਤਲਬ ਉਹਨਾਂ ਨੂੰ ਪਤਾ ਹੈ ਕਿ ਅੱਜ ਸਾਡੀ ਫਤਿਹ, ਉਹਨਾਂ ਨੂੰ ਪਤਾ ਹੈ ਕਿ ਅੱਜ ਸਾਡੀ ਜ਼ਿੰਦਗੀ ਨੂੰ ਜਿਉਣ ਦਾ ਮਨੋਰਥ ਜਿਹੜਾ ਹੈਗਾ ਉਹ ਪੂਰਾ ਹੋ ਗਿਆ, ਸਾਡੀ ਜ਼ਿੰਦਗੀ ਜਿਹੜੀ ਆ ਉਹ ਸਫਲ ਹੋ ਗਈ ਹੈ। ਬਾ ਕਮਾਲ ਹੈ ਕਿ ਨਹੀਂ? ਕਮਾਲ ਦੀ ਗੱਲ ਹੈ। ਹੋਰ ਬਹੁਤ ਹੀ ਇੰਨੀਆਂ ਦਿਲਚਸਪ ਘਟਨਾਵਾਂ ਨੇ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਪਰੀਆਂ ਨੇ। ਮੈਂ ਬੇਨਤੀ ਕਰਾਂ ਕਿ ਜਦੋਂ ਉਹਨਾਂ ਨੇ ਜੱਜ ਨੂੰ ਚਿੱਠੀ ਲਿਖੀ ਹੈ, ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ, ਜੇ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਉਹ ਅੱਤਵਾਦੀ ਸੀਗੇ,
उन्होंने बाकायदा साबित किया, उन्होंने बाकायदा उन्होंने चिट्ठियां लिख लिख के दसिया, इत्थों दी हुकूमतां नूं दसिया कि वी आर नॉट टैरोरिस्ट, असी अतवादी नहीं हाँ। अतवादी कौन है? अतवादी ने इत्थों दियां जालम हुकूमतां, अतवादी ने जालम सरकारां जिहड़ियां लोकां दे हक हकूक उन्हां नूं नहीं दिंदियां। इत्थों दियां जालम हुकूमतां अतवादी ने जिहड़ियां भारत दियां जां इस मुल्क दियां घट गिणती कौमां दे उपर तशद्दद ढाउंदियां ने। उन्होंने ये गल बाखूबी बयान की अपनियां लिखतां दे राहीं कि अतवादी ने वो हुकूमतां, अतवादी ने वो सरकारां, अतवादी सरकारां दा अगे जिहड़ा सिस्टम हैगा, जिहड़ा उन्हां सरकारां दी शह प्राप्त जिहड़े उन्हां दा गां अमला फैला हैगा, जिहड़े उन्हां दे ऑफिसर हैगे ने, अगे जिहड़े थाणिਆਂ ਦੇ ਵਿੱਚ भी उन्हां ਸਿੰਘਾਂ ਦੇ ਉੱਪਰ ਜ਼ੁਲਮ ਢਾਉਂਦੇ ਨੇ। ਉਹਨਾਂ ਨੇ ਆਖਿਆ ਕਿ अतवादी ਉਹ ਨੇ थाणिਆਂ ਦੇ ਅੰਦਰ ਜਿਹੜੇ ਜਿਹੜੇ ਜ਼ੁਲਮ ਹੁੰਦੇ ਸੀਗੇ। ਮੈਂ ਬੇਨਤੀ ਕਰਾਂ ਜਿਹੜੇ ਜਿਨ੍ਹਾਂ ਤਰੀਕਿਆਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਥਾਣਿਆਂ ਦੇ ਅੰਦਰ ਪੁਲਿਸ ਤਸ਼ੱਦਦ ਕਰਦੀ ਸੀ ਸਿੰਘਾਂ ਤੇ ਸਿੰਘਣੀਆਂ ਦੇ ਉੱਪਰ, ਬੱਚਿਆਂ ਤੱਕ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ। ਮੈਂ ਬੇਨਤੀ ਕਰਾਂ ਉਹਨਾਂ ਨੇ ਉਹ ਸਾਰਾ ਕੁਝ ਬਿਆਨ ਕੀਤਾ ਹੈਗਾ ਆਪਣੀਆਂ ਲਿਖਤਾਂ ਦੇ ਵਿੱਚ ਵੀ ਕਿਹਨਾਂ ਤਰੀਕਿਆਂ ਦੇ ਨਾਲ ਸਿੰਘਾਂ ਨੂੰ ਤਸੀਹੇ ਦੇ ਕੇ ਤੇ ਸ਼ਹੀਦ ਕੀਤਾ ਜਾਂਦਾ ਹੁੰਦਾ ਸੀਗਾ ਜਾਂ ਉਹਨਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਸੀਗੀ। ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈਗਾ, ਇੱਥੋਂ ਦਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਕਿ ਤੁਸੀਂ ਥਾਣਿਆਂ ਦੇ ਵਿੱਚ ਕਿਸੇ ਦੇ ਉੱਪਰ ਇਸ ਤਰੀਕੇ ਦੇ ਨਾਲ ਤਸ਼ੱਦਦ ਕਰ ਸਕਦੇ ਹੋ। ਉਹਨਾਂ ਨੇ ਸਾਰਾ ਕੁਝ ਦੱਸਿਆ ਸੀਗਾ, ਸਾਰਾ ਕੁਝ ਨੰਗਾ ਕਰਤਾ ਸੀ ਵੀ ਇਸ ਤਰੀਕੇ ਦੇ ਨਾਲ ਇੱਥੇ ਸਾਰਾ ਕੁਝ ਵਾਪਰਦਾ, ਪਰ ਕਿਸੇ ਦੇ ਕੰਨ ਦੇ ਉੱਪਰ ਜੂੰ ਨਹੀਂ ਸੀ ਸਰਕਦੀ। ਸ਼ਾਇਦ ਇਸੇ ਕਰਕੇ ਹੀ ਜਦੋਂ ਜਿਹੜੇ ਜੱਜ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਤੇ ਉਹਨੇ ਆਖਿਆ ਸੀਗਾ ਜੱਜ ਸਾਹਿਬ ਨੇ ਵੀ ਤੁਸੀਂ ਉੱਪਰਲੀ ਕੋਰਟ ਦੇ ਵਿੱਚ ਅਪੀਲ ਕਰਿਓ, ਤੁਹਾਡੀ ਸਜ਼ਾਏ ਮੌਤ ਉਮਰ ਕੈਦ ਦੇ ਵਿੱਚ ਤਬਦੀਲ ਹੋ ਜਾਏਗੀ। ਤਾਂ ਉਹਨਾਂ ਨੇ ਆਖਿਆ ਸੀਗਾ ਕਿ ਨਹੀਂ, ਸਾਨੂੰ ਤੁਹਾਡੇ ਸਿਸਟਮ ਦੇ ਉੱਪਰ ਭਰੋਸਾ ਹੀ ਨਹੀਂ ਹੈਗਾ। ਉਹਨਾਂ ਨੇ ਰਾਸ਼ਟਰਪਤੀ ਨੂੰ ਜਿਹੜੀ ਚਿੱਠੀ ਲਿਖੀ ਸੀ ਉਹਦੇ ਵਿੱਚ ਵੀ ਮਿਲਦੀਆਂ ਜੁਲਦੀਆਂ ਗੱਲਾਂ ਹੀ ਸੀਗੀਆਂ। ਅਸੀਂ ਇਕਬਾਲ ਕਰਦੇ ਹਾਂ, ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਜਨਰਲ ਸ਼੍ਰੀਧਰ ਵੈਦਿਆ ਨੂੰ ਅਸੀਂ ਮਾਰਿਆ ਹੈਗਾ, ਅਰੁਣ ਕੁਮਾਰ ਸ਼੍ਰੀਧਰ ਵੈਦਿਆ ਨੂੰ ਅਸੀਂ ਮਾਰਿਆ ਹੈਗਾ। ਕਿਉਂ ਮਾਰਿਆ ਹੈਗਾ ਉਹਨਾਂ ਨੇ ਉਹ ਵੀ ਦੱਸਿਆ ਸੀਗਾ। ਉਹਨਾਂ ਨੇ ਅਸੀਂ ਆਪਣੀ ਸਜ਼ਾ ਦੇ ਖਿਲਾਫ ਅਪੀਲ ਕਿਉਂ ਨਹੀਂ ਕਰਨੀ, ਉਹਨਾਂ ਨੇ ਉਹ ਵੀ ਦੱਸਿਆ ਕਿ ਤੁਸੀਂ ਆਪਣੀ ਸਰਪ੍ਰਸਤੀ ਦੇ ਹੇਠ ਜਦੋਂ ਸਾਰਾ ਕੁਝ ਕਰਵਾਉਂਦੇ ਹੋ, ਜਦੋਂ ਭਾਰਤੀ ਨਿਜ਼ਾਮ ਆਪ ਸਾਰਾ ਕੁਝ ਕਰਦਾ ਤੇ ਕਰਵਾਉਂਦਾ ਹੈਗਾ, ਜਦੋਂ ਇੰਦਰਾ ਗਾਂਧੀ ਆਪ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕਰਨ ਵਾਸਤੇ ਕਹਿੰਦੀ ਹੈ ਕਿ ਤੁਸੀਂ ਜਾ ਕੇ ਹਮਲਾ ਕਰ ਦਿਓ, ਜਦੋਂ ਦੇਸ਼ ਦਾ ਰਾਸ਼ਟਰਪਤੀ ਵੀ ਨਾਲ ਰਲ ਜਾਂਦਾ ਹੈਗਾ, ਜਦੋਂ ਵੱਖ-ਵੱਖ ਹੋਰ ਮੁਲਕ ਜਿਹੜੇ ਆ ਉਹ ਵੀ ਉਹਨਾਂ ਦੀ ਵੀ ਉਹ ਸਪੋਰਟ ਲੈ ਲੈਂਦੇ ਨੇ, ਤਾਂ ਫਿਰ ਅਸੀਂ ਕਿਹਦੇ ਕੋਲੋਂ ਆਸ ਕਰੀਏ? ਭਾਰਤੀ ਅਦਾਲਤਾਂ ਉਹਨਾਂ ਨੂੰ ਕੀ ਨਹੀਂ ਦਿੰਦਾ ਹੈਗਾ ਕਿ ਥਾਣਿਆਂ ਵਿੱਚ ਕੀ ਕੁਝ ਹੋ ਰਿਹਾ ਹੈਗਾ? ਪਤਾ ਹੈਗਾ ਉਹਨਾਂ ਨੂੰ, ਪਰ ਉਹਦੇ ਬਾਵਜੂਦ ਵੀ ਜੱਜ ਉਹਨਾਂ ਦੇ ਹੱਥ ਬੰਨੇ ਹੋਏ ਨੇ। ਜੇ ਉਹਨਾਂ ਦੇ ਹੱਥ ਵੱਜੇ ਹੋਏ ਨੇ ਤਾਂ ਉਹਨਾਂ ਨੇ ਆਖਿਆ ਸੀਗਾ ਕਿ ਫਿਰ ਅਸੀਂ ਤੁਹਾਡੇ ਕੋਲੋਂ ਨਿਆਂ ਦੀ ਭੀਖ ਕਿਉਂ ਮੰਗੀਏ, ਕਿਉਂਕਿ ਸਾਨੂੰ ਪਤਾ ਕਿ ਤੁਸੀਂ ਸਾਨੂੰ ਨਿਆਂ ਨਹੀਂ ਦੇ ਸਕਦੇ ਜਾਂ ਦੇਣਾ ਨਹੀਂ ਚਾਹੁੰਦੇ, ਜਾਂ ਤੁਹਾਡੇ ਹੱਥ ਬੱਧੇ ਹੋਏ ਆ, ਤੁਸੀਂ ਸਾਨੂੰ ਨਿਆਂ ਨਹੀਂ ਦੇ ਸਕਦੇ। ਜਦੋਂ ਸਾਨੂੰ ਪਤਾ ਕਿ ਤੁਸੀਂ ਸਾਨੂੰ ਨਿਆਂ ਨਹੀਂ ਦੇ ਸਕਦੇ ਤਾਂ ਫਿਰ ਅਸੀਂ ਤੁਹਾਡੇ ਕੋਲੋਂ ਨਿਆਂ ਦੀ, ਇਨਸਾਫ ਦੀ ਭੀਖ ਕਿਉਂ ਮੰਗੀਏ? ਸੋ ਇਹ ਸਾਰਾ ਕੁਝ ਉਹਨਾਂ ਨੇ ਬਿਆਨ ਕੀਤਾ ਸੀਗਾ। ਦਿੱਲੀ ਪੁਲਿਸ ਦੇ ਵੈਸ਼ੀ ਤਸ਼ੱਦਦ ਦੀ ਕਹਾਣੀ, ਜਦੋਂ ਉਹਨਾਂ ਨੂੰ ਪੁਲਿਸ ਅਰੈਸਟ ਕਰਦੀ ਸੀਗੀ ਭਾਈ ਸੁੱਖੇ ਤੇ ਜਿੰਦੇ ਹੋਰਾਂ ਨੂੰ, ਜਦੋਂ ਵੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਭਾਈ ਜਿੰਦੇ ਹੋਰਾਂ ਨੂੰ, ਤਾਂ ਉਹਨਾਂ ਨੇ ਭਾਈ ਜਿੰਦੇ ਹੋਰਾਂ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਉਹ ਸਾਰਾ ਕੁਝ ਬਿਆਨ ਕੀਤਾ ਹੈਗਾ ਵੀ ਕਿਹਨਾਂ ਤਰੀਕਿਆਂ ਦੇ ਨਾਲ ਸਾਨੂੰ ਸਾਡੇ ਉੱਪਰ ਜ਼ੁਲਮ ਢਾਹੇ ਗਏ, ਸਾਡੇ ਉੱਪਰ ਤਸ਼ੱਦਦ ਕੀਤਾ ਗਿਆ। ਮੈਂ ਬੇਨਤੀ ਕਰਾਂ, ਮੇਰੇ ਕੋਲ ਬਹੁਤ ਸਾਰੀਆਂ ਲਿਖਤਾਂ ਮੇਰੇ ਕੋਲ ਪਈਆਂ ਨੇ। ਮੇਰਾ ਚਿੱਤ ਕਰਦਾ ਹੈਗਾ ਕਿ ਮੈਂ ਤੁਹਾਨੂੰ ਕੱਲੀ ਗੱਲ ਪੜ੍ਹ ਕੇ ਸੁਣਾਵਾਂ, ਪਰ ਸਮਾਂ ਬਹੁਤ ਹੀ ਜ਼ਿਆਦਾ ਚਾਹੀਦਾ ਹੈਗਾ। ਜਿਹੜੇ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਗਈ ਸੀਗੀ, ਉਹ ਕੇਸ ਸੀਗਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੈਦਿਆ ਜਿਹੜਾ ਸੀਗਾ ਉਹਦੇ ਕਤਲ ਦੇ ਦੋਸ਼ ਵਿੱਚ ਸਜ਼ਾਏ ਮੌਤ ਉਹਨਾਂ ਨੂੰ ਸੁਣਾਈ ਗਈ ਸੀਗੀ, ਔਰ ਉਸ ਕਤਲ ਦਾ ਇਕਬਾਲ ਉਹਨਾਂ ਨੇ ਕੀਤਾ ਸੀਗਾ। ਭਈ ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਹੈਗਾ ਭਈ ਉਹਨਾਂ ਨੇ ਕਿੱਦਾਂ ਇਕਬਾਲ ਕੀਤਾ ਸੀ ਕੋਰਟ ਦੇ ਵਿੱਚ। ਉਹਨਾਂ ਦਾ ਕਹਿਣਾ ਸੀਗਾ ਕਿ ਇਸ ਵਾਰ ਜਦੋਂ ਅਸੀਂ ਕੋਰਟ ਗਏ ਤਾਂ ਬਹੁਤ ਜ਼ਿਆਦਾ ਇੰਤਜ਼ਾਮ ਸੀਗਾ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਦੱਸਿਆ ਹੈਗਾ ਵੀ ਅਸੀਂ ਇਕਬਾਲ ਕਿੱਦਾਂ ਕੋਰਟ ਦੇ ਵਿੱਚ ਜਾ ਕੇ ਕੀਤਾ। ਵੈਸੇ ਪਹਿਲਾਂ ਹਮੇਸ਼ਾ ਹੀ ਸਾਡੇ 'ਤੇ 500 ਆਦਮੀ CRP ਦਾ, ਬਾਕੀ ਪੂਨਾ ਪੁਲਿਸ ਲੱਗੀ ਹੋਆ। ਹੁਣ ਸ਼ਾਇਦ ਸੈਂਟਰ ਨੇ ਹੋਰ CRP ਭਿਜਵਾਤੀ ਹੈ, ਕਿਉਂਕਿ ਉਸ ਦਿਨ ਕੋਰਟ ਵਿੱਚ CRP ਵੀ ਬੜੀ ਆਈ ਹੋਈ ਸੀਗੀ। ਕੋਰਟ ਵਿੱਚ ਮੈਂ ਸੁਖਦੇਵ ਸਿੰਘ ਵੀਰ ਨੇ ਜੱਜ ਨੂੰ ਕਿਹਾ ਕਿ ਸਿੱਖ ਮੌਤ ਤੋਂ ਨਹੀਂ ਡਰਦੇ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਲਿਖਿਆ ਕਿ ਅਸੀਂ ਜੱਜ ਨੂੰ ਆਖਿਆ ਕਿ ਸਿੱਖ ਮੌਤ ਤੋਂ ਨਹੀਂ ਡਰਦੇ, ਇਹੋ ਜਿਹੀਆਂ ਕਈ ਜਿੱਦਾਂ ਅਸੀਂ ਵਾਰ ਸੁੱਟੀਏ, ਸਾਡੀ ਲੜਾਈ ਭਾਰਤ ਦੀ ਜ਼ਾਲਮ ਸਰਕਾਰ ਦੇ ਨਾਲ ਹੈ। ਆ ਗੱਲਾਂ ਇੱਕ ਲਫ਼ਜ਼ ਧਿਆਨ ਦੇਣ ਵਾਲਾ ਹੈਗਾ
ਭਈ ਤੁਸੀਂ ਦੇਖੋ ਉਹ ਸੰਘਰਸ਼ ਨੂੰ ਕਿੰਨਾ ਜ਼ਿਆਦਾ ਸਮਝਦੇ ਸੀਗੇ, ਆਪਣੇ ਸੰਘਰਸ਼ ਨੂੰ, ਆਪਣੀ ਲੜਾਈ ਨੂੰ, ਵੀ ਸਾਡੀ ਲੜਾਈ ਕਿਹਦੇ ਨਾਲ ਹੈਗੀ ਆ। ਸਾਡੀ ਲੜਾਈ ਭਾਰਤ ਦੀ ਜ਼ਾਲਮ ਸਰਕਾਰ ਨਾਲ ਹੈ। ਜਦੋਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਸਾਡੀ ਲੜਾਈ ਜਾਰੀ ਰਹੇਗੀ। ਅਸੀਂ ਵੈਦਿਆ ਵਰਗੇ ਦੁਸ਼ਟਾਂ ਨੂੰ ਸੋਧਦੇ ਰਹਾਂਗੇ। ਦੁਸ਼ਟ ਵੈਦਿਆਂ ਨੂੰ ਸੋਧ ਕੇ ਅਸੀਂ ਕੋਈ ਗੁਨਾਹ ਨਹੀਂ ਕੀਤਾ, ਕਿਉਂਕਿ ਸਾਡੇ ਧਰਮ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਸੋਧਣਾ ਕੋਈ ਗੁਨਾਹ ਨਹੀਂ ਹੈ। ਉਸਨੇ ਸਾਡੇ ਧਰਮ ਸਥਾਨਾਂ ਦੀ ਬੇਅਦਬੀ ਕੀਤੀ, ਹਜ਼ਾਰਾਂ ਮਾਸੂਮ ਬੱਚਿਆਂ, ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਸੀ। ਇਸ ਲਈ ਅਸੀਂ ਇਸ ਦੁਸ਼ਟ ਨੂੰ ਸੋਧਿਆ। ਮੈਂ ਪਹਿਲਾਂ ਲਫ਼ਜ਼ ਬੋਲੇ ਸੀਗੇ ਕਿ ਸੋਧਿਆ, ਸੋ ਇੱਥੇ ਸੋਧਿਆ ਲਫ਼ਜ਼ ਹੀ ਲਿਖਿਆ ਹੋਇਆ ਉਹਨਾਂ ਨੇ ਵੀ। ਅਖੀਰ ਦੇ ਵਿੱਚ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਜੱਜ ਮੈਨੂੰ ਕਹਿੰਦਾ ਹੋਰ ਜ਼ੋਰ ਨਾਲ ਖਾਲਿਸਤਾਨ ਜ਼ਿੰਦਾਬਾਦ ਬੋਲ। ਮੈਂ ਜ਼ੋਰ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਬੋਲਿਆ। ਜਾਣ ਲੱਗਿਆ ਜੱਜ ਸਾਰਿਆਂ ਨੂੰ ਮਿਲਣ ਤੋਂ ਬਾਅਦ ਸਾਨੂੰ ਹੱਥ ਜੋੜ ਕੇ ਸਪੈਸ਼ਲ ਤੌਰ ਤੇ ਮਿਲਿਆ ਤੇ ਕਹਿੰਦਾ ਮੈਂ ਖਾਲਿਸਤਾਨ ਜ਼ਿੰਦਾਬਾਦ ਤਾਂ ਕਹਿ ਨਹੀਂ ਸਕਦਾ, ਹੋਰ ਕੋਈ ਮੇਰੇ ਲਾਇਕ ਸੇਵਾ। ਅਸੀਂ ਸਤਿਕਾਰ ਨਾਲ ਉਹਦਾ ਧੰਨਵਾਦ ਕੀਤਾ। ਉਹਨਾਂ ਨੇ ਲਿਖਿਆ, ਕਹਿੰਦੇ ਜੱਜ ਨੇ ਮੈਨੂੰ ਆਖਿਆ ਕਿ ਮੈਂ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਤਾਂ ਨਹੀਂ ਲਾ ਸਕਦਾ, ਪਰ ਜੇ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਤੁਸੀਂ ਦੱਸਿਓ। ਤਾਂ ਉਹਨਾਂ ਆਖਿਆ ਕਿ ਅਸੀਂ ਸਤਿਕਾਰ ਦੇ ਨਾਲ ਉਹਦਾ ਧੰਨਵਾਦ ਕੀਤਾ। ਫਿਰ ਜੱਜ ਨੇ ਪੁਲਿਸ ਨੂੰ ਆਖਿਆ ਕਿ ਇਹਨਾਂ ਵੱਲੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ, ਇਹਨਾਂ ਨਾਲ ਬਹੁਤ ਹੀ ਵਧੀਆ ਵਤੀਰਾ ਕਰਨਾ। ਅਸੀਂ ਜੋ ਵੀ ਐਪਲੀਕੇਸ਼ਨ ਤੇ ਮੰਗਾਂ ਲਿਖੀਆਂ ਸਨ ਜੱਜ ਨੇ ਮਨਜ਼ੂਰ ਕਰ ਲਈਆਂ। ਨਾਲੇ ਮੈਂ 12 ਸਫ਼ਿਆਂ ਦੀ ਕਬੂਲੀ ਸਟੇਟਮੈਂਟ ਜੱਜ ਨੂੰ ਦੇ ਦਿੱਤੀ। 12 ਸਫ਼ਿਆਂ ਦੀ ਜਿਹੜੀ ਉਹਨਾਂ ਨੇ ਸਟੇਟਮੈਂਟ ਸੀ, ਜਿਹੜੀ ਕਬੂਲੀ ਸੀਗੀ ਉਹਨਾਂ ਨੇ ਵੀ ਅਸੀਂ ਇਹ ਜਿਹੜਾ ਕਤਲ ਹੈਗਾ ਕੀਤਾ ਹੈਗਾ, ਉਹਨਾਂ ਨੇ ਆਖਿਆ ਕਿ ਮੈਂ ਉਹ ਜੱਜ ਨੂੰ ਸੌਂਪ ਦਿੱਤੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅੱਜ ਜਿਹੜੀ ਲਿਖਤ ਉਹਨਾਂ ਨੇ ਲਿਖੀ ਆ, ਜੱਜ ਨੂੰ ਉਹਨਾਂ ਨੇ ਜੋ ਕੁਝ ਆਖਿਆ ਔਰ ਅੱਗੋਂ ਜੱਜ ਨੇ ਜੋ ਕੁਝ ਆਖਿਆ, ਕਿਸ ਕਿਸਮ ਦਾ ਸਾਰਾ ਕੁਝ ਰਿਹਾ ਹੋਊਗਾ। ਮੈਂ ਤੁਹਾਨੂੰ ਇੱਕ ਹੋਰ ਜਿਹੜੀ ਖਾਸ ਗੱਲ ਹੈਗੀ, ਗੱਲਾਂ ਬਹੁਤ ਹੀ ਜ਼ਿਆਦਾ ਹੈਗੀਆਂ ਨੇ। ਮੇਰਾ ਦਿਲ ਕਰਦਾ ਕਿ ਮੈਂ ਤੁਹਾਨੂੰ ਗੱਲਾਂ ਸਾਰੀਆਂ ਸੁਣਾਈ ਜਾਵਾਂ, ਪਰ ਸਮਾਂ ਬਹੁਤ ਜ਼ਿਆਦਾ ਹੋ ਜਾਊਗਾ। ਇੱਕ ਹੋਰ ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਅੱਗੇ ਵਧਦੇ ਆਪਾਂ। ਇੱਕ ਉਹਨਾਂ ਸਮੇਂ ਦੇ ਵਿੱਚ ਪੁਲਿਸ ਕਮਿਸ਼ਨਰ ਸੀਗਾ। ਉਸ ਪੁਲਿਸ ਕਮਿਸ਼ਨਰ ਨੇ ਜਦੋਂ ਉਹ ਸਾਬਕਾ ਹੋ ਗਿਆ, ਉਸ ਤੋਂ ਬਾਅਦ ਉਹਨੇ ਲਿਖਿਆ ਵੀ ਕਹਿੰਦਾ ਇੱਕ ਅਸਾਧਾਰਨ ਸ਼ਖਸੀਅਤ ਸੀ ਹਰਜਿੰਦਰ ਸਿੰਘ ਜਿੰਦਾ। ਉਹਨੇ ਆਖਿਆ ਕਿ ਦਿੱਲੀ ਪੁਲਿਸ ਨੇ 2 ਵਾਰ ਭਾਈ ਜਿੰਦੇ ਨੂੰ ਅਰੈਸਟ ਕੀਤਾ ਸੀਗਾ ਔਰ ਉਹਨਾਂ ਨੇ ਲਿਖਿਆ ਉਸ ਪੁਲਿਸ ਕਮਿਸ਼ਨਰ ਨੇ, ਕਹਿੰਦਾ ਮੈਂ ਜਦੋਂ ਦੂਜੀ ਵਾਰ ਕਹਿੰਦਾ ਫੜਿਆ ਗਿਆ ਤਾਂ ਭਾਈ ਜਿੰਦੇ ਦੀ ਹਾਲਤ ਬੜੀ ਹੀ ਜ਼ਿਆਦਾ ਗੰਭੀਰ ਸੀਗੀ। ਜ਼ਿੰਦਗੀ ਤੇ ਮੌਤ ਦੇ ਨਾਲ ਉਹ ਲੜ ਰਿਹਾ ਸੀਗਾ, ਪਰ ਬਾਵਜੂਦ ਇਹਦੇ ਚਿਹਰੇ ਦੇ ਉੱਪਰ ਪੂਰੀ ਰੌਣਕ ਸੀ। ਮੈਂ ਉਹ ਜਿਹੜੇ ਲਫ਼ਜ਼ ਲਿਖੇ ਨੇ ਸਾਬਕਾ ਪੁਲਿਸ ਕਮਿਸ਼ਨਰ ਨੇ, ਮੈਂ ਹੂਬਹੂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਉਹਨੇ ਲਿਖਿਆ, ਕਹਿੰਦਾ ਵੀ ਉਹਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਸੀ। ਉਦੋਂ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਿਹਾ ਸੀ, ਪਰ ਉਹਦੇ ਚਿਹਰੇ ਉੱਤੇ ਕੋਈ ਵੀ ਦਰਦ ਜਾਂ ਪੀੜ ਦਾ ਨਿਸ਼ਾਨ ਨਹੀਂ ਸੀ। ਉਹ ਇਸ ਤਰ੍ਹਾਂ ਹਾਸਾ ਮਜ਼ਾਕ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਦੋਂ ਮੈਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਉਹਨੂੰ ਮਿਲਿਆ, ਮੈਨੂੰ ਲੱਗਾ ਕਿ ਉਹ ਇੱਕ ਮਨੋਰੋਗੀ ਹੈ, ਪਰ ਉਸ ਦੇ ਵਿੱਚ ਮਨੋਵਿਗਿਆਨੀ ਗੁਣਾਂ ਦਾ ਭੰਡਾਰ ਸੀ ਜਿਨ੍ਹਾਂ ਨੇ ਉਸ ਨੂੰ ਇੱਕ ਵੱਖਰਾ ਇਨਸਾਨ ਬਣਾ ਦਿੱਤਾ ਸੀ। ਪਰ ਇਹਦੇ ਬਾਵਜੂਦ ਉਹ ਮਾਨਸਿਕ ਤੌਰ ਤੇ ਕਦੇ ਵੀ ਰੋਗੀ ਨਹੀਂ ਸੀ। ਮਤਲਬ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਉਹਨੇ ਲਿਖਿਆ ਹੈਗਾ ਆਪਣੀ ਲਿਖਤ ਦੇ ਵਿੱਚ, ਪਰ ਗੱਲ ਲੰਬੀ ਹੋ ਜਾਊਗੀ। ਮੈਂ ਬੇਨਤੀ ਕਰਾਂ, ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਦੱਸੀ ਹੈ ਕਿ ਜਿਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦੇ ਹੋਰਾਂ ਨੂੰ, ਭਾਈ ਸੁੱਖੇ ਹੋਰਾਂ ਨੂੰ ਕਦੀ ਵੀ ਅਰੈਸਟ ਕੀਤਾ ਸੀਗਾ, ਜਿਨ੍ਹਾਂ ਅਫਸਰਾਂ ਦੇ ਨਾਲ ਉਹਨਾਂ ਦਾ ਵਾਹ ਪਿਆ, ਜਿਨ੍ਹਾਂ ਅਫਸਰਾਂ ਦਾ ਉਹਨਾਂ ਦੇ ਨਾਲ ਵਾਹ ਪਿਆ, ਉਹ ਵੀ ਉਹਨਾਂ ਦੀ ਤਾਰੀਫ ਕਰਨ ਤੋਂ ਰਹਿ ਨਹੀਂ ਸਕੇ ਤਾਰੀਫ ਕਰਨ ਤੋਂ। ਉਹਦੀ ਵਜ੍ਹਾ ਹੈਗੀ ਆ, ਇੱਕ ਤੇ ਨਿਸ਼ਕਾਮ ਸੱਚੀ ਸੁੱਚੀ ਸੇਵਾ ਕਰਨਾ ਜਿਹੜਾ ਕਰ ਰਹੇ ਸੀਗੇ ਉਹ। ਦੂਜੀ ਗੱਲ, ਇੱਕ ਖਾਸ ਮਿਸ਼ਨ ਸੀਗਾ ਉਹਨਾਂ ਦਾ, ਇੱਕ ਖਾਸ ਗੱਲ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਭਾਰਤੀ ਨਿਜ਼ਾਮ ਜਿਹੜਾ ਹੈਗਾ ਉਹ ਧੱਕੇਸ਼ਾਹੀਆਂ ਕਰਦਾ। ਇਟ ਮੀਨ ਉਹ ਸਤਿਕਾਰ ਕਰਦੇ ਸੀ ਪੁਲਿਸ ਆਫਿਸਰ। ਉਹਨਾਂ ਨੂੰ ਵੀ ਕੀ ਪੁਲਿਸ ਅਫਸਰਾਂ ਨੂੰ ਨਹੀਂ ਪਤਾ ਹੁੰਦਾ ਹੈਗਾ ਉਹਨਾਂ ਦੇ ਉੱਪਰ ਤੇ ਖੁਦ ਦੇ ਉੱਪਰ ਕਿੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਹੈਗਾ। ਅੱਜ ਵੀ ਆਪਾਂ ਵੇਖ ਸਕਦੇ ਹਾਂ, ਉਹ ਤੇ ਵਿਚਾਰੇ ਬੱਧੇ ਹੁੰਦੇ ਨੇ, ਉੱਪਰੋਂ ਹੁਕਮ ਆ ਗਿਆ, ਕੀ ਕਰਨ ਹੁਣ, ਉੱਪਰੋਂ ਹੁਕਮ ਆ ਗਿਆ। ਉਹਨਾਂ ਨੂੰ ਵੀ ਪਤਾ ਵੀ ਸਰਕਾਰਾਂ ਕੀ ਕਰ ਰਹੀਆਂ ਨੇ, ਉਹ ਵੀ ਚਾਹੁੰਦੇ ਨੇ ਕਿ ਸਿਸਟਮ ਠੀਕ ਹੋਵੇ, ਪਰ ਹੁਣ ਕੀ ਕੀਤਾ ਜਾਵੇ। ਨੌਕਰੀ ਹੈ, ਜੋਬ ਹੈ, ਮਸੀਂ ਤੇ ਜੋਬਾਂ ਮਿਲਦੀਆਂ ਨੇ, ਕੌਣ ਛੱਡਦਾ। ਸੋ ਜਿਨ੍ਹਾਂ ਦੇ ਅੰਦਰ ਜ਼ਿਆਦਾ ਦਰਦ ਜਦੋਂ ਭਰ ਜਾਂਦਾ ਹੈਗਾ, ਹੱਦਾਂ ਬੰਨੇ ਟੱਪ ਜਾਂਦਾ ਹੈਗਾ, ਫਿਰ ਉਹ ਜੋਬ ਨੂੰ ਲੱਤ ਵੀ ਮਾਰ ਦਿੰਦੇ ਹੁੰਦੇ ਨੇ। ਆਪਾਂ ਗੱਲ ਕਰਦੇ ਹਾਂ, ਸੰਖੇਪ ਦੇ ਵਿੱਚ ਆਪਾਂ ਗੱਲਬਾਤ ਸਮੇਟਦੇ ਹਾਂ ਉਹਨਾਂ ਦੀ ਸ਼ਹੀਦੀ, ਪਵਿੱਤਰ ਸ਼ਹੀਦੀ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ। ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਜਦੋਂ ਛੋਟਾ ਜਿਹਾ ਸੀਗਾ, ਮੈਂ ਜਦੋਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ, ਜਦੋਂ ਮੈਂ ਉਹਨਾਂ ਦੀਆਂ ਉਹ ਚਿੱਠੀਆਂ ਪੜ੍ਹੀਆਂ, ਸਾਰਾ ਕੁਝ ਮੈਂ ਪੜ੍ਹਿਆ। ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ
ਸਰਦਾਰ ਬਲਜੀਤ ਸਿੰਘ ਖਾਲਸਾ ਜਿਹੜੇ ਕਿ ਵੰਗਾਰ ਰਸਾਲਾ ਛਾਪਦੇ ਨੇ, ਹਰੇਕ ਮਹੀਨੇ ਛਪਦਾ ਹੈਗਾ, ਉਹਨਾਂ ਵੱਲੋਂ ਸੰਪਾਦਿਤ ਕੀਤੀ ਹੋਈ ਇੱਕ ਬੁੱਕ ਹੈਗੀ ਆ ਅਸੀਂ ਅੱਤਵਾਦੀ ਨਹੀਂ। ਤੁਸੀਂ ਸਰਚ ਕਰਿਓ, ਉਹਨਾਂ ਦਾ ਨੰਬਰ ਵੀ ਤੁਹਾਨੂੰ ਮਿਲੂਗਾ। ਤੁਸੀਂ ਉਹਨਾਂ ਦੇ ਕੋਲੋਂ ਇੱਕ ਵਾਰੀ ਕਿਤਾਬ ਸਾਰੀ ਮੰਗਵਾ ਕੇ ਜ਼ਰੂਰ ਪੜ੍ਹਿਓ। ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਤੁਹਾਨੂੰ ਸਾਰਾ ਕੁਝ ਪੜ੍ਹਨ ਨੂੰ ਮਿਲੂਗਾ। ਜਦੋਂ ਤੁਸੀਂ ਕਿਤਾਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੜ੍ਹੋਗੇ ਨਾ, ਤਾਂ ਜਿੱਥੇ ਤੁਹਾਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਪਤਾ ਲੱਗੂਗਾ, ਉੱਥੇ ਤੁਹਾਨੂੰ ਸਿੱਖ ਸੰਘਰਸ਼ ਦੇ ਬਾਰੇ ਵੀ ਪਤਾ ਲੱਗੂਗਾ। ਔਰ ਜਦੋਂ ਤੁਸੀਂ ਪੂਰੀ ਕਿਤਾਬ ਪੜ੍ਹੋਗੇ ਤਾਂ ਯਕੀਨ ਕਰਕੇ ਜਾਣਿਓ, ਤੁਹਾਨੂੰ ਤੁਹਾਡੇ ਆਪਣੇ ਅੰਦਰ ਬੈਠਾ ਹੋਇਆ ਇੱਕ ਵਧੀਆ ਇਨਸਾਨ ਉਹ ਵੀ ਨਜ਼ਰ ਆਊਗਾ। ਕਈ ਵਾਰ ਸਾਨੂੰ ਇਹ ਲੱਗਦਾ ਨਾ ਕਿ ਅਸੀਂ ਤਾਂ ਪਾਪੀ ਬੰਦੇ ਆ, ਅਸੀਂ ਕਿੱਥੇ, ਪਰ ਅਸੀਂ ਪਾਪੀ ਨਹੀਂ ਆ। ਸਾਡੇ ਅੰਦਰ ਉਸ ਵਾਹਿਗੁਰੂ ਦੀ ਅੰਸ਼ ਵਾ, ਸਾਡੇ ਅੰਦਰ ਜ਼ਮੀਰ ਨਾਂ ਦੀ ਕੋਈ ਚੀਜ਼ ਹੈਗੀ ਹੈ। ਜਦੋਂ ਤੁਸੀਂ ਸਾਰੀ ਕਿਤਾਬ ਪੜ੍ਹੋਗੇ ਨਾ, ਮੈਨੂੰ ਯਕੀਨ ਹੈ ਕਿ ਉਹ ਜ਼ਮੀਰ ਵੀ ਝੰਜੋੜੀ ਜਾਊਗੀ। ਮੈਂ ਜਦੋਂ ਛੋਟਾ ਜਿਹਾ ਸੀਗਾ, ਮੈਂ ਉਹ ਜਿਹੜੀਆਂ ਲਿਖਤਾਂ ਨੇ ਉਹਨਾਂ ਦੀਆਂ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ, ਮੈਂ ਉਹਨਾਂ ਨੂੰ ਕਈ ਵਾਰ ਪੜ੍ਹਿਆ। ਮੈਂ ਜਿੰਨੀ ਵਾਰ ਪੜ੍ਹਿਆ, ਮੈਨੂੰ ਉਨੀ ਵਾਰ ਹੀ ਉਹ ਨਵੀਆਂ ਲੱਗੀਆਂ ਨੇ, ਮੈਨੂੰ ਕਦੇ ਵੀ ਉਹ ਪੁਰਾਣੀਆਂ ਨਹੀਂ ਲੱਗੀਆਂ। ਔਰ ਕਈ ਵਾਰ ਅੱਖਾਂ ਨਮ ਹੁੰਦੀਆਂ ਨੇ ਜਦੋਂ ਉਹਨਾਂ ਚਿੱਠੀਆਂ ਨੂੰ ਪੜ੍ਹਦਾ, ਜਦੋਂ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਦਾ। ਸਜਾਏ ਮੌਤ, ਸਵੇਰ ਨੂੰ ਫਾਂਸੀ ਦੇ ਉੱਪਰ ਚੜ੍ਹ ਕੇ ਸ਼ਹੀਦ ਕਰ ਦਿੱਤਾ ਜਾਣਾ, ਔਰ ਆਪਣੇ ਉਹ ਪਰਿਵਾਰ ਨੂੰ ਚਿੱਠੀ ਲਿਖਦੇ ਨੇ ਕਿ ਸਵੇਰ ਨੂੰ ਸਾਨੂੰ ਫਾਂਸੀ ਦੇ ਉੱਪਰ ਚੜ੍ਹ ਕੇ ਸ਼ਹੀਦ ਕਰ ਦਿੱਤਾ ਜਾਣਾ ਹੈ। ਅੱਜ ਰਾਤ ਪੈਣ ਲੱਗੀ ਹੈ, ਅਸੀਂ ਅੱਜ ਰਾਤ ਨੂੰ ਕਰਨਾ ਕੀ ਹੈਗਾ, ਪੂਰਾ ਵੇਰਵਾ ਲਿਖਦੇ ਆ ਕਿ ਅਸੀਂ ਇੰਨੇ ਵਜੇ ਰਹਿਰਾ ਸਾਹਿਬ ਦਾ ਪਾਠ ਕਰਾਂਗੇ ਸ਼ਾਮਾਂ ਨੂੰ, ਉਸ ਤੋਂ ਬਾਅਦ ਫਿਰ ਅਸੀਂ ਆਹ ਕਰਾਂਗੇ, ਫਿਰ ਅਸੀਂ 16 ਸਾਹਿਬ ਦਾ ਪਾਠ ਕਰਾਂਗੇ, ਫਿਰ ਅਸੀਂ ਥੋੜ੍ਹਾ ਜਿਹਾ ਦਹੀਂ ਜਮਾ ਕੇ ਰੱਖਾਂਗੇ ਕੁੱਜੇ ਜਿਹੇ ਦੇ ਵਿੱਚ, ਉਸ ਤੋਂ ਬਾਅਦ ਤੜਕੇ ਅੰਮ੍ਰਿਤ ਵੇਲੇ ਅਸੀਂ ਇੰਨੇ ਵਜੇ ਉੱਠਾਂਗੇ, ਫਿਰ ਇਸ਼ਨਾਨ ਕਰਾਂਗੇ 2:30 ਵਜੇ, ਫਿਰ ਅਸੀਂ ਨਿਤਨੇਮ ਕਰਾਂਗੇ, ਉਸ ਤੋਂ ਬਾਅਦ ਅਸੀਂ ਬਿਲਕੁਲ ਤਿਆਰ ਬਰ ਤਿਆਰ, ਫਿਰ ਅਸੀਂ ਜਿਹੜਾ ਰਾਤ ਦਾ ਜਮਾ ਕੇ ਰੱਖਿਆ ਹੋਇਆ ਜਿਹੜਾ ਦਹੀਂ ਹੈਗਾ, ਫਿਰ ਅਸੀਂ ਉਹ ਖਾਵਾਂਗੇ। ਔਰ ਉਸ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਸਾਨੂੰ ਆ ਕੇ ਗੇਟ 'ਤੇ ਜੱਲਾਦ ਕੋਈ ਆਵਾਜ਼ ਮਾਰੇ ਕਿ ਆਓ ਫਾਂਸੀ ਦਾ ਸਮਾਂ ਹੋ ਗਿਆ, ਅਸੀਂ ਉਹਨਾਂ ਦੀ ਆਵਾਜ਼ ਤੋਂ ਪਹਿਲਾਂ ਹੀ ਬਿਲਕੁਲ ਤਿਆਰ ਬਰ ਤਿਆਰ ਖੜ੍ਹੇ ਉਹਨਾਂ ਨੂੰ ਮਿਲਾਂਗੇ। ਮਤਲਬ ਇੱਦਾਂ ਹੀ ਮਿਲੇ ਵੀ ਉਹ। ਔਰ ਮੈਂ ਜਦੋਂ ਉਹਨਾਂ ਨੇ ਚਿੱਠੀ ਲਿਖੀ ਹੋਊਗੀ, ਜਦੋਂ ਰਾਤ ਨੂੰ ਉਹ ਮੇਰੀਆਂ ਅੱਖਾਂ ਨਮ ਹੁੰਦੀਆਂ ਸੀਗੀਆਂ ਜਦੋਂ ਮੈਂ ਪੜ੍ਹਦਾ ਉਸ ਚਿੱਠੀ ਨੂੰ। ਕਮਾਲ ਦੀ ਗੱਲ ਹੈਗੀ ਆ, ਸਵੇਰ ਨੂੰ ਸਜਾਏ ਮੌਤ, ਸਵੇਰ ਨੂੰ ਆ ਦੁਨੀਆ ਜਿਹੜੀ ਆਪਾਂ ਵੇਖ ਰਹੇ ਹਾਂ ਸਾਰੇ ਜਣੇ ਆ ਛੱਡ ਕੇ ਚਲੇ ਜਾਣਾ ਹੈਗਾ ਆ, ਰਾਤ ਨੂੰ ਚਿੱਠੀ ਲਿਖੀ ਜਾ ਰਹੀ ਹੈ ਕਿ ਮੈਂ ਸਵੇਰ ਨੂੰ ਜਦੋਂ ਮੇਰੀ ਮੌਤ ਹੋਣੀ ਹੈ, ਜਦੋਂ ਮੈਂ ਮੌਤ ਨੂੰ ਆਪਣੇ ਗਲੇ ਦੇ ਨਾਲ ਲਗਾਉਣਾ ਹੈਗਾ, ਜਦੋਂ ਮੈਂ ਜਿੰਦ ਜਿਹੜੀ ਹੈਗੀ ਆ ਮਤਲਬ ਮੇਰੀ ਨਿਕਲਣੀ ਹੈਗੀ ਆ, ਉਦੋਂ ਪਹਿਲੀ ਰਾਤ ਜਿਹੜੀ ਹੈਗੀ ਆ ਮੈਂ ਇਸ ਤਰੀਕੇ ਦੇ ਨਾਲ ਬਿਤਾਊਂਗਾ। ਮੈਂ ਸੌਂਗਾ, ਸੌਂ ਕੇ ਫਿਰ ਮੈਂ ਉੱਠੂੰਗਾ। ਨੀਂਦ ਆਉਂਦੀ ਹੈ ਭਲਾ? ਆਈ ਆ ਉਹਨਾਂ ਨੂੰ, ਸਵੇਰੇ ਉੱਠੇ ਨੇ, ਅੰਮ੍ਰਿਤ ਵੇਲੇ ਸਾਰਾ ਕੁਛ ਕੀਤਾ ਉਹਨਾਂ ਨੇ। ਮੈਂ ਬੇਨਤੀ ਕਰਾਂ ਭਾਈ ਨਿਰਮਲ ਸਿੰਘ ਨਿੰਮਾ, ਜਿਹੜੇ ਕਿ ਉਹ ਕਿਸੇ ਕੇਸ ਦੇ ਵਿੱਚ ਉੱਥੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀਗੇ, ਉਸੇ ਹੀ ਜੇਲ੍ਹ ਦੇ ਵਿੱਚ, ਜੇਰਵੜਾ ਜੇਲ੍ਹ ਪੂਨਾ। ਔਰ ਉਹ ਬਾਅਦ ਵਿੱਚ ਦੱਸਦੇ ਆ, ਉਹ ਕਹਿੰਦੇ ਭਈ ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲੋਂ ਲਿਜਾਇਆ ਜਾ ਰਿਹਾ ਸੀਗਾ ਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜ ਰਹੇ ਸੀਗੇ, ਉਹ ਨਾਅਰੇ ਲਾ ਰਹੇ ਸੀਗੇ ਖਾਲਿਸਤਾਨ ਜ਼ਿੰਦਾਬਾਦ ਦੇ। ਭਾਈ ਨਿੰਮਾ ਜੀ ਨੇ ਆਖਿਆ, ਕਹਿੰਦੇ ਮੈਂ ਵੀ ਉਹਨਾਂ ਦੇ ਨਾਅਰਿਆਂ ਦਾ ਜਵਾਬ ਦਿੱਤਾ। ਕਮਾਲ ਦਾ ਸੀਨ ਹੋਊਗਾ ਉਸ ਵੇਲੇ। ਉਹ ਸਿੰਘ ਭਾਈ ਨਿਰਮਲ ਸਿੰਘ ਨਿੰਮਾ, ਕਮਾਲ ਦਾ ਸੀਨ ਹੋਊਗਾ ਉਸ ਵੇਲੇ। ਕਿੱਦਾਂ ਦੇ ਹਾਲਾਤ ਹੋਣਗੇ ਉਸ ਯੋਧੇ ਦੇ, ਔਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦੀ ਅਵਸਥਾ ਕਿੱਥੇ ਜਾ ਪਹੁੰਚੀ ਹੋਊਗੀ। ਤੁਸੀਂ ਸੋਚ ਕੇ ਵੇਖੋ, ਜਿਹੜੇ ਫਾਂਸੀ ਦੇ ਤਖਤੇ ਵੱਲ ਜਾ ਰਹੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਉਹ ਨਾਅਰੇ ਲਗਾ ਰਹੇ ਨੇ। ਕਮਾਲ ਹੈ, ਕਮਾਲ ਹੈ, ਕਮਾਲ ਹੈ। ਮੈਂ ਜਦੋਂ 18ਵੀਂ ਸ਼ਹੀਦਾ ਸਿੱਖ ਇਤਿਹਾਸ ਪੜ੍ਹਦੇ ਹਾਂ ਆਪਾਂ, ਤੇ ਅਰਦਾਸ ਦੇ ਵਿੱਚ ਰੋਜ਼ ਜ਼ਿਕਰ ਆਉਂਦਾ ਹੈਗਾ ਜਿਨ੍ਹਾਂ ਮਾਈਆਂ ਬੀਬੀਆਂ ਦੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲਿਆ, ਪਰ ਸੀ ਨਹੀਂ ਉਹਨਾਂ ਨੇ ਆਖੀ। ਚਰਖੜੀਆਂ ਦੇ ਉੱਪਰ ਚੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ, ਦੁਫਾੜ ਕਰ ਦਿੱਤੇ ਗਏ ਆਰਿਆਂ ਦੇ ਨਾਲ। ਮੈਂ ਬੇਨਤੀ ਕਰਾਂ, ਉਹ ਸਾਰਾ ਕੁਝ ਹੂ ਬਹੂ ਬਿਲਕੁਲ ਅੱਜ ਵੀ ਨਜ਼ਰ ਆਉਂਦਾ ਹੈਗਾ। 1992 ਦੀ ਗੱਲ ਹੈਗੀ ਆ, 8 ਵਰੇ ਉਹ ਲਾ ਲਓ ਤੇ 21 ਸਾਲ ਆਹ ਲਾ ਲਓ, 29 ਵਰੇ ਪਹਿਲਾਂ ਫਾਂਸੀ ਦੇ ਤਖਤੇ ਦੇ ਉੱਪਰ ਉਹ ਝੂਲ ਜਾਂਦੇ ਨੇ ਹੱਸਦਿਆਂ ਹੋਇਆ। ਕਮਾਲ ਦੀ ਗੱਲ ਹੈਗੀ ਆ। ਮੈਂ ਬੇਨਤੀ ਕਰਾਂ, ਜਿਵੇਂ ਮੈਂ ਪਹਿਲਾਂ ਆਖਿਆ, ਫਾਂਸੀ ਦੇ ਤਖਤੇ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਜਿਹੜੇ ਆਖਰੀ ਲਫ਼ਜ਼ ਸੀਗੇ ਉਹਨਾਂ ਦੀ ਜ਼ਿੰਦਗੀ ਦੇ ਕਿ ਵੀਰ ਸੁਖਿਆ ਫਤਿਹ ਗਜਾ, ਆਹੀ ਗੱਲ ਉਹਨਾਂ ਨੇ ਆਖੀ। ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਲੋਕ ਉਸ ਵੇਲੇ ਮੌਕੇ ਤੇ ਉੱਥੇ ਹਾਜ਼ਰ ਹੋਣਗੇ, ਜੱਲਾਦ ਹਾਜ਼ਰ ਹੋਣਗੇ, ਜਿਹੜੇ ਹੋਰ ਉੱਥੇ ਅਫਸਰ ਹਾਜ਼ਰ ਹੋਣਗੇ, ਜੇਲ੍ਹ ਸੁਪਰਡੈਂਟ ਜਾਂ ਕੋਈ ਹੋਰ, ਤੁਸੀਂ ਸੋਚ ਕੇ ਵੇਖੋ ਉਹਨਾਂ ਦੇ ਮਨ ਦੀ ਅਵਸਥਾ ਕਿੱਦਾਂ ਦੀ ਹੋਊਗੀ। ਅੱਜ ਜੋ ਰਿਟਾਇਰ ਹੋ ਗਏ ਹੋਣਗੇ, ਜਿਹੜੇ ਜਿਉਂਦੇ ਹੋਣਗੇ, ਉਹਨਾਂ ਵਿੱਚੋਂ ਕਦੇ ਜਾ ਕੇ ਉਹਨਾਂ ਨੂੰ ਪੁੱਛ ਕੇ ਵੇਖੀਏ ਵੀ ਤੁਸੀਂ ਕੀ ਨਜ਼ਾਰਾ ਵੇਖਿਆ। ਉਹਨਾਂ ਦੀ ਜ਼ਿੰਦਗੀ ਵੀ ਮਤਲਬ
मैं एक बार मेरे अपने मन 'ਚ ख्याल आते हैं, उन्होंने कई की जे जमीर जागती होगी तो वह भी धन हो गए होंगे कि असीं इदां दे सूरबीर बहादुर योद्धिਆਂ के दर्शन किए ने। असीं अपनी जिंदगी में 18वीं सदी के सिख योद्धिਆਂ के दर्शन किए ने। बा कमाल हैगा, किन्ना कुछ इदां दा हैगा मेरे कोल दर्शकों सुनाउण दे वास्ते मैं तुहानूं दस नहीं सकता। और ये सारा कुछ जिहड़ा हैगा उन्होंने अपने पिंडे के उपर झल्लिया और वो सारा कुछ उन्होंने किया। और उन्होंने ਜਿਹੜੀਆਂ चिट्ठियां लिखियां ने जज ਨੂੰ, ਜਿਹੜੀ ਉਹਨਾਂ ਨੇ ਇਕਬਾਲੀਆ ਬਿਆਨ ਕੀਤਾ ਹੈਗਾ, ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ। ਉਹਨਾਂ ਨੇ ਆਖਿਆ ਸੀਗਾ ਕਿ ਜਿਹੜਾ ਉਹਨਾਂ ਦਾ ਬਿਆਨ ਸੀਗਾ, ਅਦਾਲਤੀ ਬਿਆਨ, ਉਹਨਾਂ ਨੇ ਉਹਦੇ ਵਿੱਚ ਆਖਿਆ ਸੀਗਾ ਕਿ ਸਾਡੀ ਮੌਤ ਦੇ ਨਾਲ ਸਾਡਾ ਸਫ਼ਰ ਖਤਮ ਨਹੀਂ ਹੋ ਜਾਂਦਾ, ਸਾਡੀ ਮੌਤ ਦੇ ਨਾਲ ਸਾਡਾ ਸਫ਼ਰ ਜਿਹੜਾ ਹੈਗਾ ਉਹ ਖਤਮ ਨਹੀਂ ਹੋ ਜਾਂਦਾ। ਸਫ਼ਰ ਦਾ ਭਾਵ ਕਿ ਜਿਹੜੀ ਉਹਨਾਂ ਦੀ ਮੰਜ਼ਿਲ ਸੀਗੀ, ਜਿਹੜਾ ਉਹਨਾਂ ਨੇ ਆਖਿਆ ਸੀਗਾ ਕਿ ਸਾਨੂੰ ਕੀ ਚਾਹੀਦਾ, ਸਾਨੂੰ ਖਾਲਿਸਤਾਨ ਚਾਹੀਦਾ। ਉਹਨਾਂ ਨੇ ਆਖਿਆ ਸੀਗਾ ਕਿ ਸਾਡਾ ਸਫ਼ਰ ਜਿਹੜਾ ਹੈਗਾ ਉਹ ਇਹਦੇ ਨਾਲ ਖਤਮ ਨਹੀਂ ਹੋ ਜਾਂਦਾ, ਸਾਡੀ ਮੰਜ਼ਿਲ ਹਲੇ ਦੂਰ ਹੈ, ਪਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਕਰਕੇ ਜਾ ਰਹੇ ਹਾਂ। ਆਖਰੀ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਹੈ। ਫਾਂਸੀ ਤੋਂ ਪਹਿਲਾਂ ਉਹਨਾਂ ਨੇ ਜੋ ਕੁਛ ਕੀਤਾ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ 9 ਅਕਤੂਬਰ 1992 ਨੂੰ, ਤਾਂ ਉਸ ਤੋਂ ਬਾਅਦ ਅਗਲੇ ਦਿਨ ਅਖਬਾਰਾਂ ਛਪੀਆਂ ਨੇ। ਅਗਲੇ ਦਿਨ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਮੇਨ ਪੰਨਿਆਂ ਦੇ ਉੱਪਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ। ਉਹੀ ਖਬਰਾਂ ਸੀਗੀਆਂ ਮੇਨ ਉਹਨਾਂ ਉਸ ਦਿਨ 10 ਅਕਤੂਬਰ 1992 ਦੇ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਖਬਰ ਲੱਗੀ ਸੀਗੀ ਉਹਨਾਂ ਦੀ ਫਾਂਸੀ ਦੀ, ਤਾਂ ਉਹ ਮੈਂ ਤੁਹਾਨੂੰ ਜ਼ਰੂਰ ਪੜ੍ਹ ਕੇ ਸੁਣਾਉਣਾ ਚਾਹੂੰਗਾ, ਤੁਹਾਨੂੰ ਵੀ ਸੁਣਨਾ ਚੰਗਾ ਲੱਗੂਗਾ। ਭਾਈ ਜਿੰਦੇ ਤੇ ਭਾਈ ਸੁੱਖੇ ਨੂੰ ਸਵੇਰ ਦੇ ਪੂਰੇ 4 ਵਜੇ ਜੱਲਾਦ ਨੇ ਰੱਸੀ ਖਿੱਚ ਕੇ ਫਾਂਸੀ ਦੇ ਦਿੱਤੀ। ਉਹਨਾਂ ਦੀਆਂ ਦੇਹਾਂ ਨੂੰ 6:20 ਉੱਤੇ ਜੇਲ੍ਹ ਦੇ ਨਾਲ ਲੱਗਦੇ ਦਰਿਆ ਮੂਲਾ ਮੂਥਾ ਦੇ ਕਿਨਾਰੇ ਅਗਨੀ ਭੇਂਟ ਕਰ ਦਿੱਤਾ ਗਿਆ। ਪਰਿਵਾਰ ਦੇ ਮੈਂਬਰਾਂ ਵੱਲੋਂ ਇਸ਼ਨਾਨ ਕਰਵਾਉਣ ਤੋਂ ਬਾਅਦ ਭਾਈ ਜਿੰਦੇ ਤੇ ਭਾਈ ਸੁੱਖੇ ਦੇ ਪਿਤਾ ਨੇ ਚਿਤਾ ਨੂੰ ਅੱਗ ਦਿਖਾਈ। ਦੋਹਾਂ ਨੂੰ ਫਾਂਸੀ ਲਾਉਣ ਤੋਂ ਫੌਰੀ ਬਾਅਦ ਉਹਨਾਂ ਦੋਹਾਂ ਦੇ ਰਿਸ਼ਤੇਦਾਰਾਂ ਨੂੰ ਪੂਨੇ ਵਿਚਲੇ ਗੁਰਦੁਆਰਾ ਗਣੇਸ਼ ਪੇਟ ਤੋਂ ਸੰਸਕਾਰ ਵਾਲੀ ਜਗ੍ਹਾ 'ਤੇ ਲਿਆਂਦਾ ਗਿਆ ਸੀ। ਇਹ ਰਿਸ਼ਤੇਦਾਰ ਪਿਛਲੇ ਕੁਝ ਦਿਨਾਂ ਤੋਂ ਇੱਥੇ ਗੁਰਦੁਆਰੇ ਵਿੱਚ ਠਹਿਰੇ ਹੋਏ ਸਨ। ਇਹਨਾਂ ਰਿਸ਼ਤੇਦਾਰਾਂ ਦੇ ਨਾਲ ਗਏ ਬੱਚਿਆਂ ਨੂੰ ਪਿੱਛੇ ਛੱਡ ਕੇ ਬਾਕੀ ਔਰਤਾਂ ਅਤੇ ਮਰਦਾਂ ਨੂੰ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਇਹ ਖਬਰ ਹੈ ਅਖਬਾਰ ਦੀ। ਇੱਕ ਵੱਡੇ ਪੁਲਿਸ ਅਫੀਸਰ ਦੇ ਦੱਸਣ ਮੁਤਾਬਕ 2 ਭਰਾਵਾਂ ਨੂੰ ਛੱਡ ਕੇ ਕਿਸੇ ਰਿਸ਼ਤੇਦਾਰ ਨੇ ਦੁੱਖ ਨਹੀਂ ਪ੍ਰਗਟ ਕੀਤਾ। ਉਹ ਦੋਹਾਂ ਨੂੰ ਬਿਨਾਂ ਅਥਰੂ ਬਹਾਏ ਇੱਕ ਟੱਕ ਸ਼ਾਂਤੀ ਦੇ ਨਾਲ ਵੇਖਦੇ ਰਹੇ। ਬਾਅਦ ਵਿੱਚ ਅਸਥੀਆਂ ਤੇ ਭਸਮ ਵੀ ਮੂਲਾ ਮੂਥਾ ਦਰਿਆ ਦੇ ਵਿੱਚ ਪ੍ਰਵਾਹ ਦਿੱਤੇ ਗਏ। ਰਿਸ਼ਤੇਦਾਰਾਂ ਵੱਲੋਂ ਅਸਥੀਆਂ ਤੇ ਭਸਮ ਨੂੰ ਲੈਣ ਦੇ ਲਈ ਕੀਤੀ ਗਈ ਬੇਨਤੀ ਠੁਕਰਾ ਦਿੱਤੀ ਗਈ ਸੀ, ਨਹੀਂ ਸੀ ਕਬੂਲ ਕੀਤੀ ਗਈ। ਸਹਾਇਕ ਪੁਲਿਸ ਕਮਿਸ਼ਨਰ BS ਮੋਹਿਤੋ ਦੇ ਦੱਸਣ ਅਨੁਸਾਰ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਪਾਠ ਕੀਤਾ ਅਤੇ ਐਨ ਸਵੇਰ ਦੇ 3 ਵਜੇ ਫਾਂਸੀ ਲਈ ਤਿਆਰ ਹੋ ਗਏ। ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਨਿਰਮਲ ਸਿੰਘ ਨਿੰਮਾ, ਜਿਹੜਾ ਕਿ ਜਨਰਲ ਵੈਦਿਆ ਕਤਲ ਕੇਸ ਵਿੱਚ ਰਿਹਾ ਹੋ ਗਿਆ ਸੀ ਪਰ ਕਿਸੇ ਹੋਰ ਕੇਸ ਵਿੱਚ 5 ਵਰ੍ਹਿਆਂ ਦੀ ਕੈਦ ਕੱਟ ਰਿਹਾ ਸੀ ਤੇ ਫਾਂਸੀ ਦੇ ਤਖਤੇ ਦੀ ਨੇੜਲੀ ਕੋਠੀ ਵਿੱਚ ਕੈਦ ਸੀ, ਉਹਨੇ ਵੀ ਉਹਨਾਂ ਦੇ ਨਾਅਰਿਆਂ ਦਾ ਜਵਾਬ ਦਿੱਤਾ। ਉਸ ਤੋਂ ਅੱਗੇ ਫਾਂਸੀ ਲੱਗਣ ਤੋਂ ਪਹਿਲਾਂ ਤੱਕ ਭਾਈ ਜਿੰਦਾ ਉਵੇਂ ਹੀ ਕਾਇਮ ਸੀ ਜਿਵੇਂ ਉਹ ਪਹਿਲਾਂ ਰਹਿੰਦਾ ਸੀ। ਉਹਨੇ ਜੇਲ੍ਹ ਦੇ ਵੱਡੇ ਅਫੀਸਰ ਤੇ ਵੱਡੇ ਪੁਲਿਸ ਅਫਸਰਾਂ ਦੇ ਨਾਲ ਹੱਥ ਮਿਲਾ ਕੇ ਉਹਨਾਂ ਦਾ ਧੰਨਵਾਦ ਕੀਤਾ। ਕਮਾਲ ਹੈ। ਇਹ ਧੰਨਵਾਦ ਜੇਲ੍ਹ ਵਿੱਚ ਰਹਿਣ ਸਮੇਂ ਅਫਸਰਾਂ ਵੱਲੋਂ ਉਹਨਾਂ ਨਾਲ ਕੀਤੇ ਗਏ ਸ਼ਾਨਦਾਰ ਵਿਹਾਰ ਕਰਕੇ ਸੀ। ਜੇਲ੍ਹ ਦੀ ਬਾਹਰਲੀ ਸੁਰੱਖਿਆ ਦਾ ਪ੍ਰਬੰਧ ਪੁਲਿਸ ਕਮਿਸ਼ਨਰ BS ਮੋਹਿਤੋ ਕਰ ਰਿਹਾ ਸੀ। 4 ਡਿਪਟੀ ਪੁਲਿਸ ਕਮਿਸ਼ਨਰ, 10 ਸਹਾਇਕ ਪੁਲਿਸ ਕਮਿਸ਼ਨਰ, 14 ਇੰਸਪੈਕਟਰ, 145 ਸਬ ਇੰਸਪੈਕਟਰ ਅਤੇ 1275 ਸਿਪਾਹੀ ਜੇਲ੍ਹ ਦੀ ਰੱਖਿਆ ਵਾਸਤੇ ਤਾਇਨਾਤ ਕੀਤੇ ਗਏ ਸਨ। ਸੂਬੇ ਦੀ ਰਿਜ਼ਰਵ ਪੁਲਿਸ ਦੀਆਂ 3 ਕੰਪਨੀਆਂ ਇਸ ਤੋਂ ਵੱਖਰੀਆਂ ਤਾਇਨਾਤ ਸਨ। ਬੁਲਟ ਪ੍ਰੂਫ ਜੈਕਟਾਂ ਪਾਈ ਹਥਿਆਰਬੰਦ ਦਸਤਿਆਂ ਦੀਆਂ ਅਸਾਲਟ ਮੋਟਰਾਂ ਜੇਲ੍ਹ ਅੰਦਰ ਤਾਇਨਾਤ ਕੀਤੀਆਂ ਗਈਆਂ ਸਨ। 30 ਮੈਟਾਡੋਰ ਤੇ 19 ਹੀ ਜੀਪਾਂ ਪੁਲਿਸ ਦੀਆਂ ਕਾਰਾਂ ਤੋਂ ਬਿਨਾਂ ਰਾਤ ਭਰ ਚੱਕਰ ਲਾਉਂਦੀਆਂ ਰਹੀਆਂ। ਸਾਰੀਆਂ ਸੜਕਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਸੀ। ਸ਼ਹਿਰ ਵਿੱਚ 24 ਘੰਟੇ ਪਹਿਲਾਂ 4 ਜਾਂ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਖਬਰ 10 ਅਕਤੂਬਰ 1992 ਦੇ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਸੀ, ਜਿਹੜੀ ਮੈਂ ਹੁਣੇ ਤੁਹਾਨੂੰ ਪੜ੍ਹ ਕੇ ਸੁਣਾਈ ਹੈਗੀ ਆ। ਸੋ ਦਰਸ਼ਕੋ, ਮੈਂ ਆਸ ਕਰਦਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ
ਜਿਹੜੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ, ਉਹਨਾਂ ਦੀਆਂ ਸ਼ਹੀਦੀਆਂ ਨੇ, ਜਿਸ ਸੱਚੇ ਔਰ ਸੁੱਚੇ ਮਕਸਦ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਆਸ ਕਰਦੇ ਹਾਂ ਕਿ ਉਹ ਜਿਹੜੇ ਮਨੋਰਥ ਸੀਗਾ, ਜਿਹੜਾ ਉਹ ਨਿਸ਼ਾਨਾ ਸੀਗਾ, ਅੱਜ ਨਹੀਂ ਤੇ ਕੱਲ੍ਹ ਜ਼ਰੂਰ ਪੂਰਾ ਹੋਏਗਾ। ਆਸ ਕਰਦੇ ਹਾਂ ਕਿ ਇਕੱਲੇ ਸਿੱਖ ਹੀ ਨਹੀਂ, ਸਿੱਖਾਂ ਤੋਂ ਇਲਾਵਾ ਹੋਰ ਵੀ ਜਿੰਨੇ ਲੋਕ ਹੈਗੇ ਨੇ, ਭਾਰਤ ਦੀਆਂ ਵੱਖ-ਵੱਖ ਘੱਟ ਗਿਣਤੀ ਕੌਮਾਂ ਦੇ ਲੋਕ, ਚਾਹੇ ਵੱਧ ਗਿਣਤੀ ਕੌਮਾਂ ਦੇ ਲੋਕ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਦੇ ਵਿੱਚ ਸਾਰੇ ਲੋਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਸੁੱਖ ਤੇ ਸ਼ਾਂਤੀ ਦੇ ਨਾਲ ਰਹਿੰਦੇ ਸੀਗੇ। ਇੱਦਾਂ ਦਾ ਹੀ ਰਾਜ ਭਾਗ ਕਦੀ ਹੋਏਗਾ ਔਰ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ, ਉਹਨਾਂ ਨੂੰ ਬਰਾਬਰ ਦੇ ਹੱਕ ਹਕੂਕ ਮਿਲਣਗੇ ਔਰ ਉਹਦੇ ਵਿੱਚ ਸਾਰੇ ਜਣੇ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਔਰ ਆਸ ਕਰਦੇ ਹਾਂ ਕਿ ਉਸ ਤੋਂ ਬਾਅਦ ਫਿਰ ਕਿਸੇ ਨੂੰ ਜ਼ਰੂਰਤ ਨਹੀਂ ਪੈਦਾ ਹੋਏਗੀ ਕਿਸੇ ਦੇ ਖਿਲਾਫ ਸੰਘਰਸ਼ ਕਰਨ ਦੀ, ਹਕੂਮਤਾਂ ਦੇ ਖਿਲਾਫ ਸੰਘਰਸ਼ ਕਰਨ ਦੀ। ਪਰ ਜਿੰਨਾ ਚਿਰ ਜ਼ਾਬਰ ਹਕੂਮਤਾਂ ਦੇ ਜ਼ੁਲਮ ਖਤਮ ਨਹੀਂ ਹੋ ਜਾਂਦੇ, ਉਹਨਾਂ ਚਿਰ ਆਪਾਂ ਇਤਿਹਾਸ ਇਸ ਗੱਲ ਦਾ ਗਵਾਹ ਹੈਗਾ ਕਿ ਉਹਨਾਂ ਚਿਰ ਮਾਵਾਂ ਇੱਦਾਂ ਦੇ ਪੁੱਤ ਜੰਮਦੀਆਂ ਹੀ ਰਹਿਣਗੀਆਂ ਜਿਵੇਂ ਦੇ ਪੁੱਤ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦੀਆਂ ਮਾਵਾਂ ਨੇ ਜੰਮੇ ਸਨ। ਸੋ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਪਾਵਨ ਤੇ ਪਵਿੱਤਰ ਸ਼ਹੀਦੀ ਨੂੰ ਆਪਾਂ ਸਲਾਮ ਕਰਦੇ ਹਾਂ। ਦਰਸ਼ਕੋ, ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਸਾਰੀ ਗੱਲਬਾਤ ਜ਼ਰੂਰ ਚੰਗੀ ਲੱਗੀ ਹੋਊਗੀ। ਤੁਸੀਂ ਜੇ ਤੁਹਾਨੂੰ ਸਾਰੀ ਗੱਲਬਾਤ ਵਧੀਆ ਲੱਗੀ ਆ, ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਸਾਰੀ ਗੱਲ ਜ਼ਰੂਰ ਪਹੁੰਚੇ। ਜਾਂਦੇ ਜਾਂਦੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂੰਗਾ ਕਿ ਭਾਈ ਬਲਜੀਤ ਸਿੰਘ ਖਾਲਸਾ, ਜਿਹੜੇ ਕਿ ਵੰਗਾਰ ਰਸਾਲਾ ਛਾਪਦੇ ਨੇ, ਹਰੇਕ ਮਹੀਨੇ ਛਪਦਾ ਹੈਗਾ, ਉਹਨਾਂ ਵੱਲੋਂ ਸੰਪਾਦਿਤ ਕੀਤੀ ਹੋਈ ਬੁੱਕ ਹੈ, ਤੁਸੀਂ ਉਹ ਬੁੱਕ ਜ਼ਰੂਰ ਲੈ ਕੇ ਪੜ੍ਹਿਓ। ਉਹਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਆਪਣੀਆਂ ਹੱਥ ਲਿਖਤ ਚਿੱਠੀਆਂ ਦਰਜ ਨੇ। ਉਹ ਚਿੱਠੀਆਂ ਪੜ੍ਹ ਕੇ ਤੁਹਾਨੂੰ ਜ਼ਰੂਰ ਅਹਿਸਾਸ ਹੋਊਗਾ ਜਿਵੇਂ ਤੁਸੀਂ ਭਾਈ ਸੁੱਖਾ ਤੇ ਜਿੰਦਾ ਜਿਵੇਂ ਤੁਹਾਡੇ ਕੋਲ ਬੈਠੇ ਹੋਣ ਔਰ ਤੁਹਾਡੇ ਕੋਲ ਬੈਠ ਕੇ ਤੁਹਾਨੂੰ ਆਪਣੇ ਉਹ ਸਾਰੀਆਂ ਗੱਲਾਂ ਬਾਤਾਂ ਆਪਣੀ ਜ਼ਿੰਦਗੀ ਬਾਰੇ ਦੱਸ ਰਹੇ ਹੋਣਗੇ, ਤੁਹਾਨੂੰ ਇੰਜ ਹੀ ਲੱਗੇਗਾ। ਉਸ ਬੁੱਕ ਦਾ ਨਾਮ ਹੈਗਾ, ਉਸ ਕਿਤਾਬ ਦਾ ਨਾਮ ਹੈਗਾ ਅਸੀਂ ਅੱਤਵਾਦੀ ਨਹੀਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।